ਗੁਰੂ ਪਿਆਰ ਵਾਲਿਓ, ਮਾਲਕ ਦੀ ਅਪਾਰ ਰਹਿਮਤ ਸਦਕਾ ਅਸੀਂ ਜਪਜੀ ਸਾਹਿਬ ਜੀ ਦੀਆਂ 20 ਪੌੜੀਆਂ ਦੇ ਦਰਸ਼ਨ ਕੀਤੇ ਹਨ। ਅੱਜ 21 ਨੰਬਰ ਪੌੜੀ ਤੋਂ ਪਾਠ ਦੀ ਆਰੰਭਤਾ ਹੋਣ ਜਾ ਰਹੀ ਹੈ ਜੀ। ਆਓ ਜੀ ਬਾਣੀ ਨਾਲ ਜੁੜੀਏ ਜੀ। तीरथ तप दया दत दान, जे को पावै तिल का मान। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। सुनिया मनिया मन कीता पाओ, अंतरगत तीरथ मल नाओ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। सब गुण तेरे मैं नाही कोय, विण गुण कीते भगत न होए। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨ ਹੋਏ। स्वस्थ आथ बाणी भरमाओ, सत सुहान सदा मन चाओ। ਸਵਸਤ ਆਠ ਬਾਣੀ ਬ੍ਰਹਮਾਉ, ਸਤ ਸੁਹਾਣ ਸਦਾ ਮਨ ਚਾਉ। कवन सुवेला वक्त कवन, कवन थित कवन वार। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। कवन सिरुति महाकवन, जित होआ आकार। ਕਵਣ ਸਿਰੁੱਤੀ ਮਹਾ ਕਵਣ, ਜਿਤ ਹੋਆ ਆਕਾਰ। वेल न पाइया पंडिती, जे होवै लेख पुराण। ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। वक्त न पायो कादियाँ, जे लिखन लेख कुरान। ਵਕਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। थित वार न जोगी जाने, रुत मह न कोई। ਥਿਤ ਵਾਰ ਨ ਜੋਗੀ ਜਾਣੈ, ਰੁੱਤ ਮਹਾਨ ਕੋਈ। जा करता सिर ठीको साजे, आपे जाने सोई। ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। किव कर आँखां किव सालाही, क्यों वरनी किव जाना। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ। नानक आखण सबको आखै, इक दू इक सियाणा। ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ। वड्डा साहिब वड्डी नाई, कीता जाका होवै। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ। नानक जे को आपो जाने, अगे गया न सो है। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਗੁਰੂ ਪਿਆਰੇ ਸਤ ਸੰਗੀ ਜਨੋ, ਅਕਾਲ ਪੁਰਖ ਪਰਮੇਸ਼ਰ ਨੇ ਫਿਰ ਵਿਧ ਬਣਾਈ ਕਿ ਅਸੀਂ ਗੁਰੂ ਚਰਨਾਂ ਦੇ ਵਿੱਚ ਜੁੜ ਬੈਠੇ ਹਾਂ। ਜੋ ਆਪ ਜੀ ਨੇ ਪੌੜੀ ਹੁਣੇ ਹੀ ਸਰਵਣ ਕੀਤੀ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ। ਗੁਰਦੇਵ ਪਾਤਸ਼ਾਹ ਆਖਦੇ ਨੇ, ਭਾਈ ਜਿਸ ਮਨੁੱਖ ਨੇ ਆਪਣਾ ਚਿੱਤ ਨਾਮ ਵਿੱਚ ਜੋੜ ਲਿਆ ਹੈ, ਭਾਵ ਜਿਸ ਦੇ ਅੰਦਰ ਸਿਮਰਨ ਕਰਨ ਦੀ ਲਗਨ ਪੈਦਾ ਹੋ ਗਈ ਹੈ, ਤਾਂਘ ਪੈਦਾ ਹੋ ਗਈ ਹੈ, ਅਤੇ ਜਿਸ ਦੇ ਮਨ ਦੇ ਵਿੱਚ ਚਾਉ ਪੈਦਾ ਹੋਇਆ ਹੈ, ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜਿਹਦਾ ਪਿਆਰ ਬਣ ਗਿਆ, ਉਸ ਦੀ ਆਤਮਾ ਜਿਹੜੀ ਹੈ ਉਹ ਸ਼ੁੱਧ ਅਤੇ ਪਵਿੱਤਰ ਹੋ ਜਾਂਦੀ ਹੈ। ਪਰ ਇਹ ਭਗਤੀ ਉਸ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦੀ ਹੈ। ਇਹ ਬਖਸ਼ਿਸ਼ ਜਿਹੜੀ ਹੈ, ਇਹ ਵਾਹਿਗੁਰੂ ਹੀ ਰਹਿਮੋ ਕਰਮ ਕਰੇ ਤਾਂ ਇਸ ਤਰ੍ਹਾਂ ਦੀ ਭਗਤੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਅਤੇ ਇੱਕ ਗੱਲ ਵੱਲ ਹੋਰ ਇਸ ਪੌੜੀ ਵਿੱਚ ਗੁਰਦੇਵ ਸਾਡਾ ਧਿਆਨ ਜਿਹੜਾ ਦਿਵਾਉਣਾ ਚਾਹੁੰਦੇ ਨੇ। ਮੇਰੇ ਮਾਲਕ ਕਹਿੰਦੇ ਨੇ, ਬੰਦਗੀ ਦਾ ਇਹ ਸਿੱਠਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ ਹੈ,
ਕਿ ਉਹ ਬੰਦਗੀ ਕਰਦਿਆਂ ਇਹ ਗੱਲ ਕਵੇ ਵੀ ਮੈਂ ਜਗਤ ਦਾ ਪਾਰਾਵਾਰ ਪਾ ਲਿਆ ਜਾਂ ਜਗਤ ਦੀ ਆਰੰਭਤਾ ਦਾ ਮੈਨੂੰ ਪਤਾ ਲੱਗ ਗਿਆ। ਕਹਿਣ ਲੱਗੇ ਨਾ, ਮਹਾਰਾਜ ਕਹਿੰਦੇ ਨੇ ਕਿ ਇਹ ਗੱਲ ਦਾ ਨਾ ਪੰਡਤਾਂ ਨੂੰ ਪਤਾ, ਨਾ ਕਾਜ਼ੀਆਂ ਨੂੰ ਪਤਾ ਹੈਗਾ ਤੇ ਨਾ ਜੋਗੀਆਂ ਨੂੰ ਪਤਾ ਹੈਗਾ, ਕਿਉਂਕਿ ਉਸ ਵੇਲੇ ਦੇ ਧਾਰਮਿਕ ਆਗੂ ਜਿਹੜੇ ਨੇ ਉਹ ਇਹੀ ਨੇ। ਇਹਨਾਂ ਨੇ ਵੱਡੀਆਂ ਤੋਂ ਵੱਡੀਆਂ ਖੋਜਾਂ ਕੀਤੀਆਂ ਹੋਈਆਂ ਨੇ, ਪਰ ਪਾਤਸ਼ਾਹ ਕਹਿੰਦੇ ਨੇ ਕਿ ਇਹਨਾਂ ਦੀਆਂ ਕੀਤੀਆਂ ਹੋਈਆਂ ਖੋਜਾਂ ਜਿਹੜੀਆਂ ਨੇ ਉਹ ਬੰਦੇ ਨੂੰ ਸਦ ਗੁਣ ਤਾਂ ਦੱਸ ਸਕਦੀਆਂ ਨੇ, ਪਰ ਇਹ ਨਹੀਂ ਕਿ ਉਹ ਸ੍ਰਿਸ਼ਟੀ ਦੀ ਗੱਲ ਕਰ ਸਕਣ, ਉਸ ਸਿਰਜਣਹਾਰ ਨੇ ਕਦੋਂ ਸ੍ਰਿਸ਼ਟੀ ਸਾਜੀ ਹੈ ਇਹਦੇ ਨਿਰਣੇ ਦੀ ਉਹ ਗੱਲ ਕਰ ਸਕਣ। ਪਾਤਸ਼ਾਹ ਕਹਿੰਦੇ ਕਿਸੇ ਨੂੰ ਵੀ ਨਹੀਂ ਪਤਾ ਇਹਨਾਂ 'ਚੋਂ। ਅੱਗੇ ਪੂਰੇ ਵਿਸਥਾਰ ਨਾਲ ਮੇਰੇ ਮਾਲਕ ਇਹਦੇ ਬਾਰੇ ਦੱਸਣਗੇ ਕਿ ਇਹਨਾਂ ਨੂੰ ਕੋਈ ਭੇਦ ਪਤਾ ਨਹੀਂ ਹੈ। ਪਰਮਾਤਮਾ ਬੇਅੰਤ ਵੱਡਾ ਹੈ ਤੇ ਉਸ ਦੀ ਵਡਿਆਈ ਵੀ ਜਿਹੜੀ ਹੈ ਉਹ ਬੇਅੰਤ ਹੈ ਤੇ ਉਸ ਦੀ ਰਚਨਾ ਵੀ ਜੋ ਹੈ ਉਹ ਬੇਅੰਤ ਹੈ। ਇਸ ਪੌੜੀ ਵਿੱਚ ਮੇਰੇ ਮਾਲਕ ਇਹ ਗੱਲ ਸਾਨੂੰ ਸਮਝਾ ਰਹੇ ਨੇ ਤੇ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਕੇ ਮੇਰੇ ਮਾਲਕ ਆਖਦੇ ਨੇ ਕਿ ਭਾਈ ਤੀਰਥ, ਤਪ, ਦਇਆ, ਦਤ, ਦਾਨ ਇਹ ਵੱਖਰੇ ਵੱਖਰੇ ਨੇ। ਸਾਰਿਆਂ 'ਤੇ ਜਿਹੜਾ ਹੈ ਉਹ ਥੋੜ੍ਹਾ ਥੋੜ੍ਹਾ ਕੌਮਾ ਲਾ ਕੇ, ਵਿਸਰਾਮ ਲਾ ਕੇ ਪਾਠ ਕਰਨਾ ਹੈ। ਜੇ ਕੋ ਪਾਵੈ ਤਿਲ ਕਾ ਮਾਨ। ਤਿਲ ਮਾਤਰ, ਤਿਲ ਕਿੰਨਾ ਕੁ ਵੱਡਾ ਹੁੰਦਾ ਹੈ ਆਪਾਂ ਸਾਰੇ ਜਾਣਦੇ ਹਾਂ। ਰੱਤੀ ਮਾਤਰ ਭਾਵ ਕਹਿ ਸਕਦੇ ਹਾਂ ਬਹੁਤ ਥੋੜਾ। ਤੀਰਥ ਯਾਤਰਾ, ਤਪ ਸਾਧਨੇ, ਜੀਆਂ ਤੇ ਦਇਆ ਕਰਨੀ, ਇਤਿਆਦਿਕ ਦਾਨ ਦੇ ਹੋਰ ਬਹੁਤ ਸਾਰੇ ਧਾਰਮਿਕ ਕਰਮ। ਮੇਰੇ ਮਾਲਕ ਕਹਿੰਦੇ ਨੇ ਕਿ ਇਹਦੇ ਬਦਲੇ ਕਿਸੇ ਮਨੁੱਖ ਨੂੰ ਵਡਿਆਈ ਮਿਲ ਵੀ ਜਾਏ ਤੇ ਇਹ ਕੇਵਲ ਤਿਲ ਮਾਤਰ ਹੀ ਹੋਵੇਗੀ, ਤਿਲ ਮਾਤਰ ਹੀ ਮਿਲਦੀ ਹੈ। ਹਾਂ, ਗੁਰਦੇਵ ਇੱਕ ਗੱਲ ਹੋਰ ਜ਼ਰੂਰ ਕਹਿ ਰਹੇ ਨੇ। ਪਾਤਸ਼ਾਹ ਕਹਿੰਦੇ ਨੇ ਸੁਣਿਆ, ਮੰਨਿਆ, ਮਨ ਕੀਤਾ ਭਾਉ। ਪਾਤਸ਼ਾਹ ਕਹਿੰਦੇ ਜਿਸ ਮਨੁੱਖ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਹੈ ਤੇ ਪਰਮੇਸ਼ਰ ਦੇ ਨਾਮ ਨੂੰ ਕੇਵਲ ਸੁਣਨ ਤੱਕ ਸੀਮਿਤ ਨਹੀਂ ਰੱਖਿਆ, ਉਸਨੇ ਜੋ ਨਾਮ ਸਿੱਖਿਆ ਦੇ ਰਿਹਾ ਹੈ, ਨਾਮ ਰਾਹੀਂ ਜੋ ਸਿੱਖਿਆ ਪ੍ਰਾਪਤ ਹੋ ਰਹੀ ਹੈ, ਉਸ ਨੂੰ ਆਪਣੇ ਜੀਵਨ ਵਿੱਚ ਮੰਨਿਆ, ਵਸਾਇਆ, ਉਹਦੇ ਮੁਤਾਬਕ ਉਹਨੇ ਤੁਰਨਾ ਸਿੱਖ ਲਿਆ ਹੈਗਾ। ਤੇ ਇਹ ਬੱਦਾ ਚੱਟੀ ਨਹੀਂ ਕੀਤਾ ਹੈ ਕੰਮ, ਧੱਕੇ ਜੋਰੀ ਨਹੀਂ ਕੀਤਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅੰਦਰ ਜਿਹੜਾ ਹੈ ਪ੍ਰੇਮ ਪੈਦਾ ਕੀਤਾ ਹੈ, ਆਪਣੇ ਅੰਦਰ ਭਾਵ, ਆਪਣੇ ਅੰਦਰ ਪ੍ਰੇਮ ਪੈਦਾ ਕਰਕੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜ ਲਈ, ਨਾਮ ਵਿੱਚ ਮਨ ਉਹਦਾ ਪਤੀਜ ਗਿਆ, ਜਿਸ ਨੇ ਆਪਣੇ ਮਨ ਵਿੱਚ ਅਕਾਲ ਪੁਰਖ ਦਾ ਪਿਆਰ ਜਿਹੜਾ ਪੈਦਾ ਕਰ ਲਿਆ, ਉਸ ਮਨੁੱਖ ਨੇ ਮਾਨੋ ਆਪਣੇ ਅੰਦਰਲੇ ਜਿਹੜਾ ਹੈ ਤੀਰਥ ਵਿੱਚ ਇਸ਼ਨਾਨ ਕੀਤਾ ਹੈ। ਤੇ ਇਹਦਾ ਫਾਇਦਾ ਇਹ ਹੋਇਆ, ਸਤਿਗੁਰੂ ਕਹਿੰਦੇ ਨੇ ਅੰਤਰਗਤ ਤੀਰਥ ਮਲ ਨਾਓ। ਪਾਤਸ਼ਾਹ ਕਹਿੰਦੇ ਨੇ ਕਿ ਅੰਦਰਲੇ ਤੀਰਥ ਵਿੱਚ ਉਸ ਨੇ ਮਲ ਕੇ ਇਸ਼ਨਾਨ ਕਰ ਲਿਆ, ਭਾਵ ਮਨੁੱਖ ਨੇ ਆਪਣੇ ਅੰਦਰ ਵਸ ਰਹੇ ਅਕਾਲ ਪੁਰਖ ਨਾਲ ਸੁਰਤ ਜੋੜ ਲਈ ਹੈ। ਹੁਣ ਉਹਨੂੰ ਬਾਹਰਲੇ ਤੀਰਥਾਂ 'ਤੇ ਨਹਾਉਣ ਦੀ ਲੋੜ ਨਹੀਂ ਹੈ। ਇਹਦਾ ਮਤਲਬ ਕਿ ਗੁਰੂ ਸਾਹਿਬ ਜੀ ਨੇ ਵੀ ਤੀਰਥ ਦੱਸ ਹੀ ਦਿੱਤਾ ਸਾਨੂੰ ਭਾਈ, ਪਰ ਗੁਰੂ ਸਾਹਿਬ ਮਹਾਰਾਜ ਨੇ ਕਿਹਾ ਕਿ ਜੇ ਤੂੰ ਆਪਣੇ ਅੰਦਰਲੇ ਤੀਰਥ ਵਿੱਚ ਨਹਾਵੇਂਗਾ ਨਾ ਤੇ ਚੇਤੇ ਰੱਖ, ਫਿਰ ਤੇਰੀ ਸਾਰੀ ਪਰੇਸ਼ਾਨੀ ਹੀ ਮੁੱਕ ਜਾਏਗੀ, ਤੇਰੇ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਹੈ ਉਹ ਉਤਰ ਜਾਏਗੀ। ਇੱਕ ਅਦੀਬ ਕਹਿੰਦਾ ਹੈ, ਉਹ ਆਖਦਾ ਕਿ ਸਾਡੇ 3 ਮਣ ਦੇਹੀ ਨਿਤ ਧੋਵੈਂ। ਇਹ ਦੇਹੀ ਸਾਡੀ ਜਿਹੜੀ ਹੈ ਕਿੰਨੇ ਮਣ ਦੀ? ਕਹਿੰਦੇ 3.5 ਮਣ ਦੀ। ਨਿਤਾਂ ਪ੍ਰਤੀ ਧੋਂਦਾ ਹੈ ਬੰਦਾ। 3.5 ਮਣ ਦੇਹੀ ਨਿਤ ਧੋਵੈਂ, ਧੋ ਲੈ ਟੁਕੜਾ ਦਿਲ ਦਾ, ਦੇਹੀ ਧੋਤਿਆਂ ਕੁਝ ਨਾ ਮਿਲਦਾ, ਦਿਲ ਧੋਤਿਆਂ ਰੱਬ ਮਿਲਦਾ।
ਕਹਿਣ ਲੱਗੇ ਤੂੰ ਨਿਤਾਂ ਪ੍ਰਤੀ ਜਿਹੜਾ ਹੈ ਚੰਗੇ ਚੰਗੇ ਸਾਬਣ ਵਰਤ ਕੇ ਇਸ ਦੇਹੀ ਨੂੰ ਧੋਈ ਜਾ ਰਹੇ ਹੈ, ਪਾਣੀ ਨਾਲ ਧੋਈ ਜਾ ਰਹੇ ਹੈ, ਕਦੇ ਆਪਣੇ ਮਨ ਨੂੰ ਧੋਤਾ ਹੈ? ਜੇ ਤੂੰ ਮਨ ਨੂੰ ਧੋ ਲਵੇਂ ਨਾ ਤੇ ਤੈਨੂੰ ਉਹ ਸਾਈਂ ਮਿਲ ਜਾਏ, ਤੈਨੂੰ ਉਹ ਕਰਤਾਰ ਮਿਲ ਜਾਏ, ਤੈਨੂੰ ਉਹ ਪਰਮਾਤਮਾ ਮਿਲ ਜਾਏ। ਪਰ ਇਹਦਾ ਮਤਲਬ ਇਹ ਨਹੀਂ ਲੈਣਾ ਕਿ ਅਸੀਂ ਸਰੀਰ ਨੂੰ ਧੋਣਾ ਨਹੀਂ ਹੈ, ਅਸੀਂ ਸਰੀਰ ਨੂੰ ਇਸ਼ਨਾਨ ਨਹੀਂ ਕਰਾਉਣਾ ਹੈਗਾ ਭਈ ਅੱਜ ਤੋਂ ਬਾਅਦ ਕਿ ਮਨ ਦੀ ਗੱਲ ਕਰੀਏ ਸਰੀਰ ਨੂੰ ਧੋਈਏ ਨਾ। ਨਹੀਂ, ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛੋ, ਗੁਰਦੇਵ ਕਹਿੰਦੇ ਗੁਰਮਤਿ ਵਿੱਚ ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਪਰ ਨਾਲ ਹੀ ਸਤਿਗੁਰ ਤੇ ਕਰਨੀ ਕਮਾਣੀ। ਫਿਰ ਹੈ ਪਾਤਸ਼ਾਹ ਕਹਿੰਦੇ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਸੋ ਮੇਰੇ ਮਾਲਕ ਬਖਸ਼ਿਸ਼ ਕਰਦੇ ਨੇ, ਅੱਗੇ ਕਹਿੰਦੇ ਨੇ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੜੀ ਵੱਡੀ ਸਿੱਖਿਆ ਦੇ ਰਹੇ ਨੇ। ਕਹਿੰਦੇ ਅਕਾਲ ਪੁਰਖ ਜੀਓ, ਜੇ ਤੂੰ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ, ਮੇਥੋਂ ਤੇਰੀ ਭਗਤੀ ਹੋਣੀ ਨਹੀਂ ਹੈ। ਇਹ ਤਾਂ ਤੂੰ ਕਿਰਪਾ ਕਰਦਾ, ਤੂੰ ਬਖਸ਼ਿਸ਼ ਕਰਦਾ ਕਿ ਇਹੋ ਜਿਹੇ ਗੁਣ ਮੈਨੂੰ ਬਖਸ਼ਿਸ਼ ਕਰ ਦਿੰਦਾ ਮੇਰੇ ਮਾਲਕ, ਕਿ ਤੂੰ ਪ੍ਰੇਰਨਾ ਦਿੰਦਾ। ਸਾਡੇ ਵਿੱਚ ਕੀ ਪਾਇਆ ਕਿ ਅਸੀਂ ਤੁਰ ਕੇ ਗੁਰੂ ਘਰ ਆ ਸਕਦੇ ਹਾਂ? ਇਹ ਤਾਂ ਮਾਲਕ ਉਦਮ ਬਖਸ਼ਿਸ਼ ਕਰਦਾ। ਕਈਆਂ ਦੀ ਕੰਧ ਧਾਰਮਿਕ ਸਥਾਨ ਦੇ ਨਾਲ ਜੁੜੀ ਹੁੰਦੀ ਹੈ, ਘਰ ਦੇ ਨਾਲ ਘਰ ਹੁੰਦਾ, ਪਰ ਉਹਨਾਂ ਦੇ ਭਾਗਾਂ ਵਿੱਚ ਜਿਹੜਾ ਹੈ ਉਹ ਗੁਰੂ ਕਾ ਸਤਸੰਗ ਨਹੀਂ ਹੁੰਦਾ। ਤੇ ਜਿਹਦੇ ਭਾਗਾਂ ਵਿੱਚ ਹੁੰਦਾ ਉਹ ਕਈ ਕਿਲੋਮੀਟਰ ਤੋਂ ਜਿਹੜਾ ਮੰਜ਼ਿਲ ਤੈਅ ਕਰਕੇ ਤੇ ਉਹ ਫੇਰ ਵੀ ਸਮੇਂ ਸਿਰ ਵਕਤ ਸਿਰ ਗੁਰੂ ਘਰ ਪੁੱਜ ਜਾਂਦੇ ਨੇ। ਭਾਵੇਂ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ, ਉਹਨਾਂ ਦੇ ਮਨ 'ਚ ਇਸ ਤਰ੍ਹਾਂ ਦਾ ਚਾਅ ਹੁੰਦਾ ਹੈਗਾ, ਉਹ ਫਿਰ ਵੀ ਵਕਤ ਸਿਰ ਪੁੱਜ ਜਾਂਦੇ ਨੇ। ਮੇਰੇ ਮਾਲਕ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਜੀਓ ਕਿ ਤੂੰ ਆਪ ਹੀ ਕਿਰਪਾ ਕਰਦਾ ਹੈ, ਮੇਥੋਂ ਤੇਰੀ ਭਗਤੀ ਨਹੀਂ ਹੋ ਸਕਦੀ ਜੇ ਤੂੰ ਨਾ ਕਿਰਪਾ ਕਰੇ। ਮੇਰੀ ਕੋਈ ਪਾਇਆ ਨਹੀਂ ਕਿ ਮੈਂ ਤੇਰੇ ਗੁਣ ਗਾ ਸਕਾਂ, ਇਹ ਸਭ ਤੇਰੀ ਹੀ ਵਡਿਆਈ ਹੈ। ਹੇ ਨਿਰੰਕਾਰ ਤੇਰੀ ਸਦਾ ਜੈ ਹੋਵੇ, ਤੂੰ ਆਪ ਹੀ ਮਾਇਆ ਹੈ, ਤੂੰ ਆਪ ਹੀ ਬਾਣੀ ਹੈ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਮੇਰੇ ਮਾਲਕ ਜੀ ਤੂੰ ਆਪ ਹੀ ਬ੍ਰਹਮਾ ਪਾਓ, ਸ੍ਰਿਸ਼ਟੀ ਨੂੰ ਬਣਾਉਣ ਵਾਲੇ ਤੂੰ ਆਪ ਹੀ ਹੈਗਾ, ਤੇ ਬਾਣੀ ਜਾਂ ਬ੍ਰਹਮਾ ਤੇ ਤੋਂ ਵੱਖਰੀ ਹਸਤੀ ਨਹੀਂ ਹੈ, ਸਭ ਕੁਝ ਤੂੰ ਆਪ ਹੀ ਹੈ। ਜੋ ਲੋਕਾਂ ਨੇ ਮਨ ਰੱਖੇ ਹਨ, ਲੋਕ ਤਾਂ ਬੜਾ ਕੁਝ ਕਹਿੰਦੇ ਨੇ, ਪਰ ਮੇਰੀ ਨਜ਼ਰ ਵਿੱਚ ਤਾਂ ਸਭ ਕੁਝ ਤੂੰ ਹੀ ਹੈ। ਮੇਰੇ ਮਾਲਕ ਕਹਿੰਦੇ ਨੇ ਤੂੰ ਸਦਾ ਥਿਰ ਰਹਿਣ ਵਾਲਾ ਤੇ ਸੋਹਣਾ ਹੈ, ਤੇਰੇ ਮਨ ਵਿੱਚ ਸਦਾ ਖਿੜਾਓ ਰਹਿੰਦਾ ਹੈ, ਸਦਾ ਹੀ ਤੇਰੇ ਮਨ ਵਿੱਚ ਚਾਉ ਰਹਿੰਦਾ। ਅਸੀਂ ਪਿੱਛੇ ਵਿਗਾਸ ਦੀ ਗੱਲ ਪੜ੍ਹ ਆਏ ਹਾਂ, ਖੇੜੇ ਦੀ ਗੱਲ ਸਮਝ ਆਏ ਹਾਂ। ਪਾਤਸ਼ਾਹ ਕਹਿੰਦੇ ਉਹ ਹਮੇਸ਼ਾ ਮੇਰਾ ਮਾਲਕ ਜਿਹੜਾ ਹੈ ਉਹ ਆਨੰਦ ਵਿੱਚ ਰਹਿੰਦਾ ਹੈ। ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਹਾ ਕਵਣ ਜਿਤ ਹੋਆ ਆਕਾਰ। ਗੁਰਦੇਵ ਕਹਿੰਦੇ ਨੇ ਕਿਹੜਾ ਉਹ ਵੇਲਾ ਤੇ ਵਕਤ ਸੀ, ਤੇ ਕਵਣ ਥਿਤ ਕਿਹੜੀ ਉਹ ਥਿਤ ਸੀ, ਕਵਣ ਵਾਰ ਕਿਹੜਾ ਉਹ ਦਿਨ ਸੀ। ਜਿਹੜਾ ਵੇਲਾ ਸ਼ਬਦ ਹੈ ਉਹ ਪੁਲਿੰਗ ਹੈ, ਇਸ ਕਰਕੇ ਇਹਦਾ ਵਿਸ਼ੇਸ਼ਣ ਜਿਹੜਾ ਆਇਆ ਉਹਨੂੰ ਰਾਣੇ ਨੂੰ ਔਂਕੜ ਲੱਗੀ ਹੈ ਕਵਣ। ਅੱਗੇ ਵੀ ਜਿਹੜਾ ਵਕਤ ਕਵਣ ਇਹ ਵੀ ਪੁਲਿੰਗ ਹੈਗਾ, ਸਮੇਂ ਦੀ ਗੱਲ ਹੈ, ਪਰ ਕਵਣ ਥਿਤ ਇਹ ਇਸਤਰੀ ਲਿੰਗ ਸ਼ਬਦ ਹੈ, ਕਿਹੜੀ ਥਿਤੀ। ਤੋ ਇਸ ਕਰਕੇ ਫਿਰ ਇੱਥੇ ਰਾਣੇ ਦੀ ਔਂਕੜ ਜਿਹੜੀ ਹੈ ਉਹ ਹਟ ਗਈ ਹੈ। ਅੱਗੇ ਵਾਰ ਸ਼ਬਦ ਕਿਹੜਾ ਦਿਨ ਹੈਗਾ, ਵਾਰ ਨੂੰ ਵੀ ਔਂਕੜ ਲੱਗੀ ਹੈ ਤੇ ਕਵਣ ਦੇ ਰਾਣੇ ਨੂੰ ਵੀ ਔਂਕੜ ਲੱਗੀ ਹੋਈ ਹੈ। ਪਰ ਅੱਗੇ ਵੇਖੋ ਕਵਣ ਸਿਰੁੱਤੀ ਕਿਹੜੀ ਰੁੱਤ, ਵੀ ਕਿਹੜੀ ਰੁੱਤ ਜਦੋਂ ਸ੍ਰਿਸ਼ਟੀ ਸਾਜੀ, ਬਸੰਤ ਰੁੱਤ ਸੀ, ਹਿਮ ਰੁੱਤ ਸੀ, ਬਰਸਾਤ ਰੁੱਤ ਸੀ, ਕਿਹੜੀ ਰੁੱਤ ਸੀ। ਸੋ ਇੱਥੇ ਜਿਹੜਾ ਰਾਣੇ ਨੂੰ ਫੇਰ ਸਿਹਾਰੀ ਆ ਗਈ ਹੈ,
ਫਿਰ ਅੱਗੇ ਗੁਰਦੇਵ ਕਹਿੰਦੇ ਨੇ ਮਹਾ ਕਵਣ। ਮਹਾ ਦਾ ਅਰਥ ਕੀ ਹੈ? ਮਹੀਨਾ, ਇੱਕ ਵਚਨ ਪੁਲਿੰਗ ਹੈ। ਬਹੁਤ ਸਾਰੇ ਲੋਕ ਇਹਦਾ ਪਾਠ ਕਰਦੇ ਨੇ ਮਾਹੋ, ਹਾਹੇ ਨੂੰ ਜਿਹੜੀ ਔਂਕੜ ਲੱਗੀ ਹੈ ਉਹਦਾ ਹੋੜੇ ਵਿੱਚ ਉਚਾਰਨ ਤਬਦੀਲ ਕਰਕੇ ਕਰਦੇ ਨੇ, ਤੇ ਇਹ ਤੇ ਫਿਰ ਬਹੁਵਚਨ ਹੋ ਗਿਆ। ਕਿਹੜੇ ਮਹੀਨੇ ਸਨ? ਤੇ ਜੋ ਕਿ ਗ੍ਰਾਮਰ ਦੀ ਕਸਵੱਟੀ ਤੇ ਇਹ ਗੱਲ ਖਰੀ ਨਹੀਂ ਉਤਰਦੀ। ਸੋ ਇਸ ਕਰਕੇ ਪਾਤਸ਼ਾਹ ਜੀ ਨੇ ਇੱਥੇ ਜਿਹੜਾ ਔਂਕੜ ਲਾਈ ਹੋਈ ਹੈ। ਉਹ ਕਿਹੜਾ ਮਹੀਨਾ ਸੀ? ਜਿਤ ਹੋਆ ਆਕਾਰ, ਜਦੋਂ ਇਹ ਜਿਹੜਾ ਆਕਾਰ ਬਣਿਆ ਹੈ। ਮੇਰੇ ਮਾਲਕ ਕਹਿੰਦੇ ਵੀ ਜਦੋਂ ਦਾ ਇਹ ਸੰਸਾਰ ਬਣਿਆ ਸੀ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਜੇ ਲਿਖਣ ਲੇਖ ਕੁਰਾਨ। ਪਾਤਸ਼ਾਹ ਕਹਿੰਦੇ ਵੀ ਵੇਲਾ ਜਿਹੜਾ ਹੈ ਉਹ ਪੰਡਤਾਂ ਨੂੰ ਵੀ ਨਹੀਂ ਸੀ ਪਤਾ। ਜੇ ਪੰਡਤਾਂ ਨੂੰ ਪਤਾ ਹੁੰਦਾ, ਪੰਡਤਾਂ ਨੂੰ ਇਹ ਖਬਰਸਾਰ ਹੁੰਦੀ ਵੀ ਕਦੋਂ ਸਾਜੀ, ਤਾਂ ਉਹ ਵੀ ਇੱਕ ਇਹਦੇ ਬਾਰੇ ਜਿਹੜਾ ਪੁਰਾਣ ਲਿਖ ਦਿੰਦੇ, ਜਿੱਥੇ ਉਹਨਾਂ ਨੇ ਬੜੇ ਸਾਰੇ ਲਿਖੇ ਹੋਏ ਨੇ, ਤੇ ਇਹਦੇ ਸ੍ਰਿਸ਼ਟੀ ਰਚਨਾ ਬਾਰੇ ਵੀ ਉਹ ਲਿਖ ਦਿੰਦੇ। ਫਿਰ ਮੇਰੇ ਮਾਲਕ ਕਹਿੰਦੇ ਨੇ ਇਹ ਗੱਲ ਦਾ ਕਾਜ਼ੀਆਂ ਨੂੰ ਵੀ ਨਹੀਂ ਸੀ ਪਤਾ ਕਿਹੜਾ ਵਕਤ ਹੈਗਾ। ਕਹਿਣ ਲੱਗੇ ਉਹ ਵੀ ਜਿਹੜਾ ਹੈ ਕੁਰਾਨ ਦੇ ਵਿੱਚ ਜਿੱਥੇ ਉਹਨਾਂ ਨੇ ਲਿਖਿਆ ਬੜਾ ਕੁਝ ਆਇਤਾਂ ਵਿੱਚ, ਇੱਕ ਆਇਤ ਇਹਦੇ ਬਾਰੇ ਵੀ ਲਿਖ ਦੇਣਾ ਸੀਗਾ, ਇੱਕ ਲੇਖ ਇਹਦੇ ਬਾਰੇ ਵੀ ਲਿਖ ਦੇਣਾ ਸੀਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਥਿਤ ਵਾਰ ਨਾ ਜੋਗੀ ਜਾਣੈ। ਜੋਗੀਆਂ ਨੂੰ ਵੀ ਨਹੀਂ ਪਤਾ ਹੈਗਾ, ਜੋਗੀ ਨੂੰ ਵੀ ਨਹੀਂ ਪਤਾ ਕਿ ਕਿਹੜੀ ਥਿਤ ਸੀ ਤੇ ਕਿਹੜਾ ਵਾਰ ਸੀ। ਰੁੱਤ ਮਹਾਨਾ ਕੋਈ, ਇਹ ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ, ਇਹ ਨਹੀਂ ਪਤਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫੇਰ ਭਾਈ ਮੈਨੂੰ ਤੁਸੀਂ ਪੁੱਛੋ ਤੇ ਇਸ ਗੱਲ ਦਾ ਦਾਵਾ ਮੈਂ ਵੀ ਨਹੀਂ ਕਰਦਾ। ਮੈਂ ਤੇ ਇੱਕੋ ਗੱਲ ਕਵਾਂਗਾ ਕਿ ਜਾਂ ਕਰਤਾ ਸ੍ਰਿਠੀ ਕੋ ਸਾਜੇ, ਆਪੇ ਜਾਣੈ ਸੋਈ। ਜੋ ਸਿਰਜਣਹਾਰ ਹੈ, ਜੋ ਜਗਤ ਨੂੰ ਬਣਾਉਣ ਵਾਲਾ ਹੈ, ਉਹ ਆਪ ਹੀ ਜਾਣਦਾ ਹੈ। ਇਹ ਰਚਨਾ ਦਾ ਰਚਨਹਾਰ ਉਹ ਆਪ ਹੀ ਜਾਣਦਾ ਹੈਗਾ। ਪਾਤਸ਼ਾਹ ਕਹਿੰਦੇ ਨੇ ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਮੇਰੇ ਮਾਲਕ ਜੀਓ, ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਜਿਹੜੀ ਹੈ ਉਹ ਮੈਂ ਸਿਫਤ ਸਲਾਹ ਕਰਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਜਿਹੜੀ ਹੈ ਉਹ ਵਰਣਨ ਕਰਾਂ, ਕਿਸ ਤਰ੍ਹਾਂ ਸਮਝ ਸਕਾਂ ਤੈਨੂੰ। ਮੇਰੇ ਮਾਲਕ ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਗੁਰਦੇਵ ਪਾਤਸ਼ਾਹ ਕਹਿੰਦੇ ਹੇ ਨਾਨਕ, ਹਰੇਕ ਜੀਵ ਆਪਣੇ ਆਪ ਨੂੰ ਇੱਕ ਦੂਜੇ ਨਾਲੋਂ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰ ਰਿਹਾ ਹੈ, ਪਰ ਦੱਸ ਨਹੀਂ ਸਕਦਾ। ਮੇਰੇ ਮਾਲਕ ਆਖਦੇ ਨੇ ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਵੈ। ਪਾਤਸ਼ਾਹ ਕਹਿੰਦੇ ਨੇ ਕਿ ਭਾਈ ਅਕਾਲ ਪੁਰਖ ਸਭ ਤੋਂ ਵੱਡਾ ਹੈ, ਉਸ ਦੀ ਵਡਿਆਈ ਜਿਹੜੀ ਹੈ ਉਹ ਉੱਚੀ ਹੈਗੀ ਹੈ। ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਉਸ ਦਾ ਕੀਤਾ ਹੀ ਹੋ ਰਿਹਾ, ਕੀਤਾ ਜਾਂ ਕਾ ਸਭ ਕੁਝ ਉਹਦਾ ਕੀਤਾ ਹੋ ਰਿਹਾ। ਪਾਤਸ਼ਾਹ ਕਹਿੰਦੇ ਨਾਨਕ ਜੇ ਕੋ ਆਪੋ ਜਾਣੈ। ਮੇਰੇ ਮਾਲਕ ਕਹਿੰਦੇ ਜੋ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਉਹਦੀ ਵਡਿਆਈ ਦਾ ਅੰਤ ਪਾਉਣ ਦਾ ਯਤਨ ਕਰੇ, ਅੱਗੇ ਗਿਆ ਨਾ ਸੋ ਹੈ, ਤਾਂ ਗੁਰਦੇਵ ਕਹਿੰਦੇ ਨੇ ਉਹ ਅਕਾਲ ਪੁਰਖ ਦੇ ਦਰ 'ਤੇ ਜਾ ਕੇ ਆਦਰ ਫਿਰ ਨਹੀਂ ਪਾਉਂਦਾ ਹੈ। ਇਸ ਦੇ ਵਿੱਚ ਹੀ ਮਾਣ ਹੈ, ਇਸ ਦੇ ਵਿੱਚ ਹੀ ਇੱਜ਼ਤ ਹੈ ਕਿ ਅਸੀਂ ਅੰਤ ਪਾਉਣ ਦੀ ਗੱਲ ਨਾ ਕਰੀਏ, ਸਗੋਂ ਉਸ ਦੀ ਸਿਫਤ ਸਲਾਹ ਕਰੀਏ, ਉਸ ਦੀ ਬੰਦਗੀ ਕਰੀਏ ਤੇ ਉਸ ਦਾ ਨਾਮ ਜਪ ਕੇ ਉਹਦੇ ਵਿੱਚ ਜਿਹੜਾ ਹੈ ਲੀਨ ਹੋ ਜਾਈਏ। ਇਸ ਪੌੜੀ ਦੇ ਬਾਰੇ ਵਿਸਥਾਰ ਨਾਲ ਸਤਿਕਾਰਯੋਗ ਵੀਰ ਜੀ ਆਪ ਜੀ ਨੂੰ ਚਾਨਣ ਪਾਉਣਗੇ ਜੀ। ਪਿਛਲੀ ਪੌੜੀ ਦੇ ਵਿੱਚ ਮਾਲਕ ਜੀ ਨੇ ਰਹਿਮਤ ਕੀਤੀ ਸੀ ਕਿ ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾ। ਵੀ ਗੱਲ ਤਾਂ ਇਹ ਹੈ ਵੀ ਤੂੰ ਜਿਹੋ ਜੇ ਕਰਮ ਕਰੇਂਗਾ ਉਹ ਜਿਹਾ ਫਲ ਤੈਨੂੰ ਮਿਲਣਾ ਹੈ। ਆਪੇ ਬੀਜ ਆਪੇ ਹੀ ਖਾਹੋ।
ਹੁਣ ਬੀਜ ਤੂੰ ਕਿਹੜਾ ਬੀਜ ਰਿਹਾ ਹੈ? ਇੱਕ ਤਾਂ ਆ ਹੈ ਜੋ ਅਖੀਰਲੀ ਪੰਕਤੀ ਅਸੀਂ ਪੜ੍ਹੀ, ਨਾਨਕ ਜੇ ਕੋ ਆਪੋ ਜਾਣੈ ਹੰਕਾਰੀ ਬਿਰਤੀ। ਅੱਗੇ ਗਿਆ, ਇਹਨੂੰ ਗਿਆ ਨਹੀਂ ਬੋਲਣਾ, ਅੱਗੇ ਗਿਆ, ਅੱਗੇ ਗਿਆ ਹੋਇਆ ਸ਼ੋਭਾ ਨਹੀਂ ਪਾਉਂਦਾ। ਅੱਗੇ ਗਿਆ ਨਾ ਸੋਹੈ, ਅੱਗੇ ਗਿਆ ਉਹ ਸ਼ੋਭਾ ਨਹੀਂ ਪਾਉਂਦਾ। ਅਸੀਂ ਤੇ ਉਹ ਕਰਮ ਕਰੀਏ ਜਿਹਦੇ ਨਾਲ ਸ਼ੋਭਾ ਮਿਲੇ। ਆਪਾਂ ਇਹਨੂੰ ਧਿਆਨ ਦੇ ਨਾਲ ਵੇਖੀਏ, ਇਹਦੇ ਵਿੱਚੋਂ ਨਾ 3 ਪ੍ਰਕਾਰ ਦੇ ਗੁਣ ਸਾਡੇ ਸਾਹਮਣੇ ਆ ਰਹੇ ਹਨ। ਇੱਕ ਉਹ ਲੋਕਾਂ ਦਾ ਗੁਣ ਹੈ ਜੋ ਸ਼ੋਭਾ ਪਾਉਣ ਦੇ ਵਾਸਤੇ ਕਰਮ ਕਾਂਡਾਂ ਵਿੱਚ ਲੱਗ ਗਏ। ਤੀਰਥ, ਤਪ, ਦਇਆ, ਦਤ, ਦਾਨ, ਇਹ ਕੀ ਹੈ ਭਲਾ? ਇਹ ਕਰਮ ਕਾਂਡ ਹੈ। ਅਸੀਂ ਚਾਹੁੰਦੇ ਹਾਂ ਕਿ ਰੱਬ ਦੀ ਨਜ਼ਰ ਵਿੱਚ ਸ਼ੋਭਾ ਪਾਈਏ, ਵੀ ਆਹ ਕੰਮ ਕਰ ਲਈਏ। ਪਰ ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਕਹਿੰਦੀ ਹੈ ਪੁੰਨ, ਦਾਨ, ਜਪ, ਤਪ ਜੇਤੇ। ਜਿੰਨੇ ਵੀ ਪੁੰਨ ਨੇ, ਜਿੰਨੇ ਵੀ ਦਾਨ ਨੇ, ਜਿੰਨੇ ਵੀ ਸਾਰਾ ਕੁਝ ਜਪ ਤਪ, ਪੁੰਨ, ਦਾਨ, ਜਪ, ਤਪ ਜੇਤੇ, ਸਭ ਉੱਪਰ ਨਾਮ। ਇਹਨਾਂ ਸਾਰਿਆਂ ਤੋਂ ਉੱਪਰ ਕੀ ਹੈ? ਪ੍ਰਭੂ ਦਾ ਨਾਮ ਹੈ। ਔਰ ਸ਼ੋਭਾ ਤੇ ਨਾਮ ਨਾਲ ਮਿਲਣੀ ਹੈ। ਅਸੀਂ ਇਹਨਾਂ ਨੂੰ ਪਕੜ ਕੇ ਬੈਠੇ ਹਾਂ। ਇਸ ਕਰਕੇ ਸਤਿਗੁਰੂ ਜੀ ਇਹ ਤੋਂ ਅਗਲੀ ਪੰਕਤੀ ਵਿੱਚ ਪ੍ਰੇਰਨਾ ਦੇ ਰਹੇ ਸਾਨੂੰ, ਹਰ ਹਰ ਰਸਨਾ ਜੋ ਜਪੈ, ਹਰ ਹਰ ਰਸਨਾ ਜੋ ਜਪੈ, ਹਰ ਹਰ ਰਸਨਾ ਜੋ ਜਪੈ, ਹਰ ਹਰ ਰਸਨਾ ਜੋ ਜਪੈ। ਤਿਸ ਪੂਰਨ ਕਾਮ, ਤਿਸ ਪੂਰਨ ਕਾਮ, ਤਿਸ ਪੂਰਨ ਕਾਮ, ਤਿਸ ਪੂਰਨ ਕਾਮ। ਅਸੀਂ ਪੂਰੇ ਕੰਮ ਕਰਨੇ, ਆਪਣਾ ਕੰਮ ਪੂਰਾ ਕਰਨਾ, ਅਧੂਰਾ ਨਹੀਂ ਕਰਨਾ। ਇਹ ਤੇ ਸਭ ਅਧੂਰੇ ਕੰਮ ਹੈ, ਇਹਦੇ ਨਾਲ ਸਾਨੂੰ ਪੂਰਨਤਾ ਨਹੀਂ ਮਿਲਣੀ। ਇਸ ਕਰਕੇ ਮੇਰੇ ਮਾਲਕ ਕਹਿੰਦੇ ਨੇ, ਇੱਕ ਤੇ ਉਹ ਲੋਕ ਨੇ ਜਿਹੜੇ ਆਪਣੇ ਮਨ ਨੂੰ ਸਾਫ਼ ਕਰਨ ਵਾਸਤੇ ਆਹ ਕੁਝ ਕਰਮ ਕਰੀ ਜਾ ਰਹੇ ਨੇ, ਪਰ ਇਹਦਾ ਕੋਈ ਲਾਭ ਨਹੀਂ। ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਨੇ, ਕਰਮ ਧਰਮ ਅਨੇਕ ਕਿਰਿਆ। ਹੁਣ ਇੱਕ ਇੱਕ ਸ਼ਬਦ ਆਪਣੇ ਹਿਰਦੇ ਵਿੱਚ ਵਸਾਈਏ, ਕਿਉਂਕਿ ਪ੍ਰਭੂ ਨੂੰ, ਪ੍ਰਭੂ ਦੇ ਗੁਣ ਗਾਉਣ ਨੂੰ ਅਸੀਂ ਦੂਜੇ ਤੀਜੇ ਨੰਬਰ ਤੇ ਰੱਖ ਦਿੰਦੇ ਹਾਂ। ਇਹਨਾਂ ਕਿਰਿਆਵਾਂ ਨੂੰ ਪਹਿਲਾ ਨੰਬਰ ਦੇ ਦਿੰਦੇ ਹਾਂ। ਜਿੰਨੀ ਸ਼ਾਂਤੀ ਸਾਨੂੰ ਕੋਈ ਜੋਤ ਜਗਾ ਕੇ ਮਿਲਦੀ ਹੈ, ਜਿੰਨੀ ਸ਼ਾਂਤੀ ਸਾਨੂੰ ਕੋਈ ਨਾਰੀਅਲ ਚੜ੍ਹਾ ਕੇ ਮਿਲਦੀ ਹੈ, ਜਾਂ ਜਿੰਨੀ ਸ਼ਾਂਤੀ ਸਾਨੂੰ ਕੋਈ ਧਾਗਾ ਧੁੱਗਾ ਬੰਨ੍ਹ ਕੇ ਮਿਲਦੀ ਹੈ ਨਾ, ਅਸੀਂ ਉਨੀ ਸ਼ਾਂਤੀ ਪ੍ਰਭੂ ਦੀ ਬਾਣੀ ਨੂੰ ਪੜ੍ਹਦੇ ਹੋਏ ਮਹਿਸੂਸ ਨਹੀਂ ਕਰ ਪਾ ਰਹੇ। ਸਾਡਾ ਵਿਸ਼ਵਾਸ ਡਗਮਗਾਇਆ ਹੋਇਆ ਹੈ। ਹੁਣ ਧਿਆਨ ਦੇਣਾ, ਕਰਮ ਧਰਮ ਅਨੇਕ ਕਿਰਿਆ, ਸਭ ਉੱਪਰ ਨਾਮ ਅਚਾਰ, ਸਭ ਉੱਪਰ ਨਾਮ ਅਚਾਰ, ਸਭ ਉੱਪਰ ਨਾਮ ਅਚਾਰ, ਸਭ ਉੱਪਰ ਨਾਮ ਅਚਾਰ। ਹੁਣ ਸਾਰਿਆਂ ਤੋਂ ਜੋ ਉੱਪਰ ਹੈ ਉਹਦੇ ਨਾਲ ਜੁੜਨਾ ਹੈ ਕਿ ਆਹ ਕਰਮ ਧਰਮ ਨੇ ਕਿਰਿਆਵਾਂ ਨਾਲ ਜੁੜਨਾ ਹੈ? ਇਹ ਅਸੀਂ ਸੋਚਣਾ ਹੈ ਨਾ। ਸਤਿਗੁਰ ਗੁਰਬਾਣੀ ਵਿੱਚ ਕਹਿੰਦੇ ਨੇ, ਚਰਨ ਭਜੇ ਪਾਰ ਬ੍ਰਹਮ ਕੇ। ਕਿਹਦੇ ਚਰਨ? ਪਾਰ ਬ੍ਰਹਮ ਦੇ। ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਖੁਸ਼ ਕਰਨਾ ਹੈ। ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤਿਨ ਹੀ ਕੀਤ, ਸਭ ਜਪ ਤਪ ਤਿਨ ਹੀ ਕੀਤ, ਸਭ ਜਪ ਤਪ ਤਿਨ ਹੀ ਕੀਤ, ਸਭ ਜਪ ਤਪ ਤਿਨ ਹੀ ਕੀਤ। ਜਿਹਨੇ ਰੱਬ ਜੀ ਨਾਲ ਆਪਣਾ ਸੰਬੰਧ ਜੋੜ ਲਿਆ, ਸਮਝੋ ਸਾਰੇ ਜਪ ਤਪ ਉਹਦੇ ਆਪੇ ਹੋ ਗਏ। ਸੋ ਇਸ ਪੌੜੀ ਵਿੱਚ ਪਹਿਲੀਆਂ ਪੰਕਤੀਆਂ ਵਿੱਚ ਉਹਨਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਆਹ ਕੁਝ ਕੀਤਾ ਤੇ ਫਿਰ ਪ੍ਰਾਪਤ ਕੀ ਹੋਇਆ? ਜੇ ਕੋ ਪਾਵੈ ਤਿਲ ਕਾ ਮਾਲ, ਬੇਕਾਰ ਗਿਆ ਕੰਮ, ਤੁੱਛ ਮਾਤਰ, ਕੁਛ ਵੀ ਨਹੀਂ। ਸੰਸਾਰ ਨੇ ਕਹਿਤਾ ਹਾਂ ਬੜਾ ਧਰਮੀ ਆ, ਬਸ ਇਹਨੂੰ ਆਪਾਂ ਇੱਦਾਂ ਸਮਝ ਸਕਦੇ ਹਾਂ। ਬਾਜ਼ਾਰ ਦੇ ਵਿੱਚ ਨਾ ਕਈ ਫਲ ਵਿਕਣ ਵਾਸਤੇ ਆਉਂਦੇ ਆ। ਇੱਕ ਫਲ ਤੇ ਉਹ ਹੁੰਦੇ ਨੇ ਜੋ ਦਰਖਤਾਂ ਨੂੰ ਲੱਗਦੇ ਨੇ, ਦਰਖਤਾਂ ਨਾਲ ਲੱਗੇ ਤੇ ਉੱਥੇ ਲੱਗ ਕੇ ਸੜ ਗਏ। ਕਿਸੇ ਨੇ ਨਹੀਂ ਤੋੜੇ, ਕਿਸੇ ਨੇ ਨਹੀਂ ਖਾਧੇ, ਕੋਈ ਵਿਕਣ ਵਾਸਤੇ ਨਹੀਂ ਆਏ, ਕਿਸੇ ਨੇ ਇੱਛਾ ਨਹੀਂ ਜ਼ਾਹਰ ਕੀਤੀ।
ਤੁਹਾਡੇ ਵਿੱਚੋਂ ਕੋਈ ਹੈ ਜਿਹਨੇ ਪਿੱਪਲ ਦਾ ਫਲ ਖਾਧਾ ਹੋਵੇ? ਤੁਹਾਡੇ ਵਿੱਚ ਕੋਈ ਹੈ ਜਿਹਨੇ ਬੋਹੜ ਦਾ ਫਲ ਖਾਧਾ ਹੋਵੇ? ਨਹੀਂ ਨਾ, ਲੱਗਦੇ ਤਾਂ ਉਹਨਾਂ ਨੂੰ ਵੀ ਹੈ, ਪਰ ਉਹਦਾ ਮੁੱਲ ਨਹੀਂ ਸਾਡੀ ਦੁਨੀਆ ਦੇ ਵਿੱਚ ਕੋਈ। ਉਹ ਕਦੇ ਵਿਕਣ ਨਹੀਂ ਆਉਂਦੇ, ਆਪਾਂ ਖਰੀਦਣ ਨਹੀਂ ਜਾਂਦੇ। ਇੱਕ ਫਲ ਉਹ ਨੇ ਜਿਹੜੇ ਕਦੇ ਕਦੇ ਵਿਕਣ ਆ ਜਾਂਦੇ ਨੇ, ਉਹਨਾਂ ਦਾ ਮੁੱਲ ਪਰ ਬਹੁਤ ਥੋੜ੍ਹਾ ਜਿਹਾ, ਮਾਮੂਲੀ ਜਿਹਾ। ਜਿਵੇਂ ਸ਼ਹਿਤੂਤ ਕਈ ਵਾਰ ਵਿਕਣ ਆ ਜਾਣਗੇ, ਕਈ ਕਿਨਾਰਿਆਂ ਦੇ ਉੱਤੇ ਸ਼ਹਿਤੂਤ ਦੇ ਦਰਖਤ ਲੱਗੇ, ਬੱਚੇ ਜਾ ਕੇ ਤੋੜ ਕੇ ਖਾ ਲੈਂਦੇ ਆ, ਪਰ ਬਹੁਤਾ ਵਿਕਣ ਵਾਸਤੇ ਨਹੀਂ ਆਉਂਦੇ। ਇੱਕ ਫਲ ਉਹ ਹੈ ਜਿਹੜੇ ਮੰਡੀ ਵਿੱਚ ਆਉਂਦੇ ਨੇ ਵਿਕਣ ਵਾਸਤੇ, ਪਰ ਉਹਨਾਂ ਦਾ ਮੁੱਲ ਵਾਧੂ ਹੈ। ਅਸੀਂ ਖਰੀਦਦੇ ਹਾਂ ਪੈਸੇ ਦੇ ਕੇ, ਪਪੀਤਾ ਕਹਿ ਲਈਏ, ਅਨਾਰ ਕਹਿ ਲਈਏ। ਬਿਲਕੁਲ ਇਸੇ ਢੰਗ ਦੇ ਨਾਲ ਅਧਿਆਤਮਕ ਜੀਵਨ ਵਿੱਚ ਕੁਝ ਕਰਮ ਤੇ ਐਸੇ ਅਸੀਂ ਕਰ ਰਹੇ ਹਾਂ ਜਿਹਦਾ ਮੁੱਲ ਹੀ ਕੱਖ ਨਹੀਂ, ਐਵੇਂ ਕਰੀ ਜਾ ਰਹੇ ਹਾਂ, ਉਸ ਨੂੰ ਕੋਈ ਫਲ ਨਹੀਂ ਲੱਗਣਾ। ਉਸ ਨੂੰ ਆਪੇ ਬੀਜ ਆਪੇ ਹੀ ਖਾਓ, ਪਰ ਬੀਜਿਆ ਕੁਝ ਐਸਾ ਹੈ ਕੋਈ ਫਲ ਹੀ ਨਹੀਂ ਉਸ ਨੂੰ। ਕਈ ਲੋਕ ਸਿਰਫ ਤੇ ਸਿਰਫ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਆ ਵੀ ਆਹ ਪਦਾਰਥ ਕੀ ਹੈ। ਹੁਣ ਜਿੰਨੇ ਵੀ ਵਿਗਿਆਨੀ ਕਹਿ ਲਈਏ, ਸਾਇੰਸਦਾਨ ਕਹਿ ਲਈਏ, ਉਹਨਾਂ ਨੇ ਸਾਰੀ ਜ਼ਿੰਦਗੀ ਇਹਦੇ ਵਿੱਚ ਲਗਾਈ ਕਿ ਪਦਾਰਥ ਕੀ ਹੈ। ਉਹਨਾਂ ਨੂੰ ਪਦਾਰਥ ਦਾ ਤੇ ਪਤਾ ਲੱਗ ਗਿਆ, ਪਰ ਉਹਨਾਂ ਨੂੰ ਪਰਮਾਰਥ ਦਾ ਨਹੀਂ ਪਤਾ ਲੱਗਿਆ। ਉਹਨਾਂ ਨੇ ਇਹ ਤੇ ਵੇਖ ਲਿਆ ਵੀ ਇਸ ਚੀਜ਼ ਦੇ ਵਿੱਚ ਕਿਹੜਾ ਕਿਹੜਾ ਤੱਤ ਹੈ, ਪਰ ਉਹ ਇਹ ਨਹੀਂ ਦੇਖ ਸਕੇ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਉਹ ਇਹ ਨਹੀਂ ਪਤਾ ਕਰ ਸਕੇ। ਠੀਕ ਹੈ, ਉਹਨਾਂ ਦਾ ਲਾਭ ਹੈਗਾ ਸੰਸਾਰ ਨੂੰ, ਉਹਨਾਂ ਨੇ ਸਾਨੂੰ ਉੱਡਣਾ ਸਿਖਾਤਾ ਵੀ ਕਿਵੇਂ ਲੋਹਾ ਵੀ ਉੱਡ ਸਕਦਾ ਹੈ, ਕਿਵੇਂ ਲੋਹਾ ਵੀ ਤਰ ਸਕਦਾ ਹੈ। ਪਰ ਅਧਿਆਤਮਕ ਜੀਵਨ ਦੇ ਵਿੱਚ ਜੇ ਕਹੀਏ ਵੀ ਉਹਨਾਂ ਨੇ ਆਪਣੇ ਜੀਵਨ ਨੂੰ ਬੜਾ ਸੁਧਾਰ ਲਿਆ, ਅਧਿਆਤਮਕ ਜੀਵਨ 'ਚ ਰੱਬ ਦੇ ਨੇੜੇ ਹੋ ਕੇ ਨਹੀਂ, ਪਰ ਇੱਕ ਤੀਜੇ ਨੇ ਉਹਨਾਂ ਨੇ ਕੀ ਕੀਤਾ? ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ। ਤੇ ਉਹ ਕਿਨੇ ਸੁਣਿਆ, ਮੰਨਿਆ, ਮਨ ਕੀਤਾ ਭਾਉ। ਆਹ ਸ਼੍ਰੇਣੀ ਹੈ, ਜਿਹਨੇ ਸੁਣਿਆ ਗੁਰੂ ਦੀ ਗੱਲ ਨੂੰ, ਫਿਰ ਮੰਨ ਲਿਆ, ਫਿਰ ਖਿੱਚ ਕੇ ਨਹੀਂ ਮੰਨਿਆ, ਮਨ ਕੀਤਾ ਭਾਉ, ਮਨ ਵਿੱਚ ਉਹਦੇ ਸੰਬੰਧੀ ਪਿਆਰ ਵੀ ਟਿਕਾਇਆ। ਜੋ ਗੁਰੂ ਨੇ ਕਿਹਾ ਸੀ ਗੱਲ ਬੜੀ ਪਿਆਰ ਨਾਲ ਮੰਨੀ, ਬੜੇ ਪਿਆਰ ਨਾਲ। ਹੁਣ ਕਈ ਨਾ ਪੁੱਛਦੇ ਨੇ ਵੀ ਕੇਸ ਕਿਉਂ ਰੱਖਦੇ ਹੋ? ਸਿੱਖ ਹੋਣ ਦੇ ਨਾਤੇ ਤੇ ਇੰਨਾ ਹੀ ਜਵਾਬ ਕਾਫੀ ਹੈ ਵੀ ਗੁਰੂ ਜੀ ਨੇ ਕਿਹਾ ਸੀ ਤੇ ਮੈਂ ਮੰਨ ਲਿਆ, ਤੇ ਮੇਰੇ ਮਨ ਵਿੱਚ ਇਹਦੇ ਪ੍ਰਤੀ ਬਹੁਤ ਪਿਆਰ ਹੈ। ਮੈਂ ਨਹੀਂ ਵੀ ਕਿਉਂ ਤੇ ਕੀ ਕਾਹਦੇ ਵਾਸਤੇ। ਸ਼ੱਕ ਮੈਂ ਉਹਦੇ ਉੱਤੇ ਕਰਾਂ ਜੋ ਸ਼ੱਕ ਕਰਨ ਦੇ ਯੋਗ ਹੈ, ਗੁਰੂ ਉੱਤੇ ਮੈਂ ਕਾਹਤੇ ਸ਼ੱਕ ਕਰਾਂ? ਅਸੀਂ ਕੁਝ ਸਵਾਲ ਆਪਣੇ ਬੇਭਰੋਸਗੀ ਵਿੱਚੋਂ ਕੱਢੇ ਹੋਏ ਹੈ, ਫਿਰ ਉਹਦੇ ਤੇ ਅਸੀਂ ਬਹਿਸ ਕਰਦੇ ਹਾਂ। ਸਾਨੂੰ ਰੱਬ ਕਿਤੇ ਗੁਰੂ ਤੇ ਭਰੋਸਾ ਹੀ ਕੋਈ ਨਹੀਂ ਹੈਗਾ। ਪਰ ਹੁਣ ਇੱਥੇ ਵੇਖੋ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਤੇ ਮਨ ਦੇ ਵਿੱਚ ਉਹਦੇ ਪ੍ਰਤੀ ਪਿਆਰ ਵੀ ਟਿਕਾਇਆ। ਗੱਲ ਪਿਆ ਢੋਲ ਨਹੀਂ ਸਮਝਿਆ, ਅਸੀਂ ਵਾਧੂ ਦਾ ਭਾਰ ਨਹੀਂ ਸਮਝਿਆ। ਜਿਨ੍ਹਾਂ ਨੂੰ ਦਸਤਾਰ ਭਾਰੀ ਲੱਗ ਰਹੀ ਹੈ ਉਹ ਉਤਾਰ ਹੀ ਦੇਣਗੇ, ਜਿਹਨੂੰ ਕੇਸ ਭਾਰੇ ਲੱਗਦੇ ਹੈ ਉਹ ਪੁੱਠੇ ਰਸਤੇ ਤੁਰ ਸਕਦੇ, ਜਿਨ੍ਹਾਂ ਨੂੰ ਕਕਾਰ ਭਾਰੀ ਲੱਗਦੇ ਹੈ ਉਹ ਤਿਆਗ ਵੀ ਸਕਦੇ ਹੈ। ਇੱਥੇ ਤੇ ਉਹੀ ਰੱਖਣਗੇ ਜਿਨ੍ਹਾਂ ਨੇ ਮਨ ਕੀਤਾ ਭਾਉ। ਹੁਣ ਜਿਨ੍ਹਾਂ ਨੇ ਆਹ ਕੰਮ ਕੀਤਾ ਨਾ, ਉਹਨਾਂ ਦੀ ਜ਼ਿੰਦਗੀ 'ਚ ਘਟਨਾ ਘਟੀ ਹੈ। ਦੇਖੋ, ਕੱਪੜਾ ਬਾਹਰ ਸੀ, ਗੰਦਗੀ ਬਾਹਰ ਸੀ, ਸਾਬਣ ਬਾਹਰ ਹੈ, ਪਾਣੀ ਬਾਹਰ ਹੈ। ਕੱਪੜੇ ਨੂੰ ਗੰਦਗੀ ਕਿੱਥੋਂ ਲੱਗੀ? ਬਾਹਰੋਂ ਹੀ ਲੱਗੀ ਨਾ। ਤੇ ਧੋਣ ਦੇ ਸਾਧਨ ਵੀ ਬਾਹਰੋਂ ਹੀ ਹੈ, ਕਿਉਂਕਿ ਕੱਪੜਾ ਵੀ ਬਾਹਰ ਹੈ, ਪਾਣੀ ਵੀ ਬਾਹਰ ਸੀ, ਸਾਬਣ ਵੀ ਬਾਹਰ ਸੀ। ਇਹ ਬਾਹਰਲੇ ਸਾਧਨਾਂ ਨੂੰ ਇਕੱਠਾ ਕੀਤਾ ਤੇ ਕੱਪੜਾ ਧੋਤਾ ਗਿਆ। ਹੁਣ ਮਨ ਕਿੱਥੇ ਹੈ? ਉਹ ਅੰਦਰ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੰਦਗੀ ਕਿੱਥੇ ਹੈ? ਉਹ ਅੰਦਰ ਹੈ। ਉਹਦੇ ਨਾਲ ਮਨ ਹੀ ਗੰਦਾ ਹੋਇਆ ਪਿਆ। ਹੁਣ ਤੀਰਥ ਬਾਹਰ ਹੋਵੇ ਕਿ ਅੰਦਰ ਹੋਵੇ, ਦੱਸੋ? ਜੇ ਅੰਦਰਲੇ ਨੂੰ ਸਫਾਈ ਕਰਨੀ ਆ ਵੀ ਤੀਰਥ ਵੀ ਤੇ ਅੰਦਰ ਚਾਹੀਦਾ ਨਾ। ਹੁਣ ਅੰਦਰ ਤੀਰਥ ਕਿਵੇਂ ਪੈਦਾ ਹੋਵੇ? ਉਹ ਆ ਹੈ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ।
ਇਹਦੇ ਨਾਲ ਸਾਡੇ ਅੰਦਰਲੇ ਤੀਰਥ ਦੇ ਜੋ ਸਤਿਗੁਰ ਦੇ ਵਿਚਾਰ ਔਰ ਪਿਆਰ ਅੰਦਰ ਪੈਦਾ ਹੁੰਦਾ ਹੈ ਨਾ, ਉਹਦੇ ਨਾਲ ਮਨ ਸਾਫ਼ ਹੁੰਦਾ ਹੈ। ਬਾਹਰਲੇ ਤੀਰਥਾਂ ਦੇ ਨਾਲ ਨਹੀਂ ਹੁੰਦਾ। ਜਿਨ੍ਹਾਂ ਨੇ ਆਹ ਕੰਮ ਕੀਤਾ ਨਾ, ਉਹਨਾਂ ਦਾ ਜੀਵਨ ਸਫਲ ਹੈ। ਉਹ ਇੱਥੋਂ ਕੋਈ ਖੱਟ ਕੇ ਲੈ ਕੇ ਗਏ ਜੀਵਨ ਦੇ ਵਿੱਚ, ਉਹਨਾਂ ਨੇ ਸੰਸਾਰ ਦਾ ਵੀ ਭਲਾ ਕੀਤਾ, ਉਹਨਾਂ ਨੇ ਪਦਾਰਥ ਦੀ ਗੱਲ ਵੀ ਕੀਤੀ, ਪਰ ਉਹਨਾਂ ਨੇ ਨਾਲ ਪਰਮਾਰਥ ਦੀ ਗੱਲ ਵੀ ਕੀਤੀ। ਮਾਲਕ ਰਹਿਮਤ ਕਰੇ ਅਸੀਂ ਇਹ ਪਾਵਨ ਬਚਨ ਪੜ੍ਹਦੇ ਹਾਂ ਤੇ ਆਪਾਂ ਸਮਝ ਸਕੀਏ ਵੀ ਅਸੀਂ ਜੀਵਨ ਦੇ ਵਿੱਚ ਕੀ ਕੁਛ ਕਰਨਾ ਹੈ। ਅਸੀਂ ਖਾਲੀ ਆ ਪਦਾਰਥਵਾਦੀ ਨਾ ਬਣੇ ਰਹੀਏ। ਆਪਾਂ ਲੋੜਾਂ ਹੈਗੀਆਂ ਨੇ, ਅਸੀਂ ਪਰਿਵਾਰ ਦੀ ਪਾਲਣਾ ਕਰਨੀ ਹੈ, ਪਰ ਸੰਸਾਰ ਨੂੰ ਲੁੱਟ ਕੇ ਤੇ ਨਹੀਂ ਕਰਨੀ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪੈ ਆਨ ਲੁਟਾਵੈ। ਇਹ ਪਦਾਰਥਵਾਦੀ ਕਰ ਸਕਦਾ ਹੈ, ਪਰਮਾਰਥਵਾਦੀ ਨਹੀਂ ਕਰ ਸਕਦਾ। ਉਹ ਤਾਂ ਘਾਲ ਖਾਏ ਕਿਛ ਹੱਥੋਂ ਦੇ। ਇਹ ਨਹੀਂ ਕਿ ਉਹਨੇ ਮਿਹਨਤ ਨਹੀਂ ਕਰਨੀ। ਆਪਾਂ ਇੱਥੇ ਵੀ ਗਲਤ ਪਰਿਭਾਸ਼ਾ ਦੇ ਦਿੰਦੇ ਹਾਂ ਧਰਮੀ ਬੰਦੇ ਦੀ, ਵਿਹਲੇ ਹੋ ਕੇ ਬੈਠੇ ਜੇ ਕਰੋ। ਧਰਮ ਤਾਂ ਕਹਿੰਦਾ ਘਾਲ ਖਾਏ, ਪਰ ਅਗਲੀ ਗੱਲ ਹੈ ਨਾ ਕਿਛ ਹੱਥੋਂ ਦੇ, ਇਹ ਹੈ ਪਰਮਾਰਥ। ਆਹ ਹੈ ਸੋਚ। ਤੇ ਉਹ ਤਾਂ ਹੀ ਹੋਏਗਾ ਜਿਹੜਾ ਗੁਰੂ ਕੋਲ ਰੱਬ ਜੀ ਕੋਲ ਬੈਠੇਗਾ, ਉਹਦੇ ਗੁਣ ਆਪਣੇ ਅੰਦਰ ਧਾਰਨ ਕਰੇਗਾ। ਜੇ ਕੋਈ ਕਹੇ ਕਿ ਮੇਰੇ ਕੋਲੋਂ ਪੁੱਛੋ ਤੁਹਾਨੂੰ ਮੈਂ ਦੱਸਦਾ ਵੀ ਰੱਬ ਦੀ ਕੁਦਰਤ ਕਿੱਡੀ ਕੁ ਮਹਾਨ ਹੈ, ਮੈਨੂੰ ਸਭ ਕੁਝ ਪਤਾ ਲੱਗ ਗਿਆ, ਛੱਡੋ ਬਾਕੀ ਗੁਰੂ ਦੀ ਬਾਣੀ ਨੂੰ ਛੱਡੋ, ਕਹਿੰਦੇ ਕੋਈ ਲੋੜ ਹੀ ਨਹੀਂ ਪੜ੍ਹਨ ਦੀ, ਮੈਂ ਤੁਹਾਨੂੰ ਦੱਸਦਾ। ਉਹਦੇ ਬਾਰੇ ਬਚਨ ਵੇਖੋ ਕੀ ਹੈ। ਸਤਿਗੁਰੂ ਜੀ ਕਹਿਣ ਲੱਗੇ ਪਹਿਲੀ ਗੱਲ ਤਾਂ ਇਹ ਹੈ ਵੀ ਅਕਾਲ ਪੁਰਖ ਤੇ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ, ਇਹਦਾ ਅੰਤ ਕੋਈ ਨਹੀਂ ਜਾਣ ਸਕਦਾ। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਮੇਰੀ ਕੀ ਤਾਕਤ ਹੈ? ਕਹਿੰਦੇ ਹਾਂ ਹੈਗੇ ਨੇ ਐਸੇ ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਇੱਕ ਤੋਂ ਇੱਕ ਸਿਆਣਾ ਬਣ ਕੇ ਦਾਵਾ ਕਰਦਾ ਵੀ ਮੈਨੂੰ ਪਤਾ ਸਭ ਕੁਝ, ਪਰ ਅਸਲੀਅਤ ਇਹ ਹੈ ਕਿ ਮਾਲਕ ਵੱਡਾ ਵੱਡਾ ਸਾਹਿਬ। ਅਸਲੀਅਤ ਇਹ ਹੈ, ਨਾਈ ਦਾ ਅਰਥ ਹੈ ਵਡਿਆਈ, ਉਹਦੀ ਵਡਿਆਈ ਵੀ ਵੱਡੀ ਹੈ, ਜਿਹਦਾ ਕੀਤਾ ਹੋਇਆ ਸਭ ਕੁਝ ਹੁੰਦਾ ਹੈ। ਪਰ ਜਿਹੜਾ ਕੋਈ ਹੰਕਾਰੀ ਮਨੁੱਖ ਆਪਣੇ ਆਪ ਨੂੰ ਸਮਝਦਾ ਹੈ ਨਾ ਕਿ ਮੈਂ ਬਹੁਤਾ ਸਿਆਣਾ ਹੈ, ਅੱਗੇ ਗਿਆ ਨਾ ਸੋ 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 ਹੈ। ਸੋ ਅਸੀਂ ਤੇ ਹੰਕਾਰ ਰਹਿਤ ਹੋਣਾ ਤੇ ਰੱਬੀ ਗੁਣਾਂ ਦੇ ਧਾਰਨੀ ਹੋਣਾ। ਪਰ ਅੰਦਰ ਇਹ ਗੱਲ ਕਹਿਣੀ ਸੱਚੇ ਪਾਤਸ਼ਾਹ, ਜੇ ਮੈਂ ਕੁਝ ਚੰਗਾ ਕਰ ਰਿਹਾ ਹੈ ਨਾ, ਇਹ 'ਚ ਵਡਿਆਈ ਤੇਰੀ ਹੈ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਤੂੰ ਮੇਰੇ ਵਿੱਚ ਗੁਣ ਨਾ ਕਰਦਾ ਤੇ ਮੇਰੇ ਤੋਂ ਤੇਰੀ ਭਗਤੀ ਹੋ ਹੀ ਨਹੀਂ ਸੀ ਸਕਦੀ। ਭਗਤ ਦੇ ਤੱਤੇ ਨੂੰ ਸਿਹਾਰੀ, ਇਹਦਾ ਅਰਥ ਹੈ ਭਗਤੀ। ਜੇ ਤੂੰ ਮੇਰੇ ਵਿੱਚ ਗੁਣ ਨਾ ਕਰਦਾ, ਫਿਰ ਉਹ ਕਹਿੰਦਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਜਿਹੜਾ ਇਸ ਅਵਸਥਾ ਤੇ ਪਹੁੰਚ ਗਿਆ ਨਾ, ਉਹਦੇ ਅੰਦਰ ਫਿਰ ਜਿਹੜਾ ਹੈਗਾ ਇੱਕ ਪਲਟਾ ਆਉਂਦਾ ਹੈ, ਉਹਦਾ ਮਨ ਜਿਹੜਾ ਹੈ ਵਿਕਾਰ ਰਹਿਤ ਹੋ ਜਾਂਦਾ ਹੈ ਜੀ। ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਨ ਇਕ ਬਾਤ। ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਨ ਇਕ ਬਾਤ। सहस 18 कहन कतेबा, असलू इक तात। सहस 18 कहन कतेबां, असूलु इक तात। लेखा होए त लिखिए, लेखै होए विनाश। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। नानक वड्डा आखिए, आपे जाने आप। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਗੁਰੂ ਪਿਆਰ ਵਾਲਿਓ, ਜਿਵੇਂ ਅਸੀਂ ਅਸੰਖ ਦੀਆਂ ਪੌੜੀਆਂ ਦੇ ਵਿੱਚ ਵੀ ਇਸ ਗੱਲ ਨੂੰ ਵਿਚਾਰਿਆ ਸੀ ਕਿ ਉਸ ਦੀ ਕੁਦਰਤ ਵਾਸਤੇ ਹਜ਼ਾਰਾਂ ਸ਼ਬਦ ਵੀ ਜਿਹੜਾ ਹੈ ਉਹ ਘੱਟ ਹੈ। ਪਾਓ ਉਹ ਮਾਲਕ ਇੰਨਾ ਬੇਅੰਤ ਹੈ, ਇੰਨਾ ਬੇਅੰਤ ਹੈ
ਕਿ ਇਹ ਕਹਿ ਦੇਣਾ ਗਿਣਤੀ ਵਰਤ ਕੇ ਕਿ ਮੇਰੇ ਮਾਲਕ ਤੇਰੀ ਕੁਦਰਤ ਦੇ ਵਿੱਚ ਆ ਕੁਝ ਹੈ, ਗਿਣਤੀ ਮਿਣਤੀ ਦੇ ਵਿੱਚ ਪੈਣਾ, ਕਹਿਣ ਕਿ ਉਹ ਤਾਂ ਬੇਅੰਤ ਹੈ ਭਾਈ, ਉਸ ਮੇਰੇ ਮਾਲਕ ਦਾ ਪਾਰਾਵਾਰ ਨਹੀਂ ਹੈ। ਇਤਨੀ ਬੇਅੰਤ ਕੁਦਰਤ ਹੈ ਕਿ ਉਸ ਦਾ ਲੇਖਾ ਜਿਹੜਾ ਹੈ ਉਹ ਗਿਣਤੀ ਦੇ ਇੱਕ ਖਾਸ ਹਿੱਸਿਆਂ ਵਿੱਚ ਜਿਹੜਾ ਹੈ ਉਹ ਨਹੀਂ ਲਿਖਿਆ ਜਾ ਸਕਦਾ। ਗੁਰਦੇਵ ਪਾਤਸ਼ਾਹ ਜੀ ਇਸ ਪੌੜੀ ਵਿੱਚ ਵੀ ਸਾਨੂੰ ਇਹੀ ਗੱਲ ਦ੍ਰਿੜ ਕਰਾ ਰਹੇ ਨੇ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਲੱਖ ਸ਼ਬਦ ਨੂੰ ਤੁਸੀਂ ਆਗਾਸ ਦੇ ਨਾਲ ਵੀ ਜੋੜ ਕੇ ਦੇਖ ਸਕਦੇ ਹੈਗੇ ਹੋ। ਇਹ ਸ਼ਬਦ ਅਸਲ ਵਿੱਚ ਦੇਲੀ ਦੀਪਕ ਹੈ, ਦੋਵੇਂ ਪਾਸੇ ਜਿਹੜਾ ਇਹਦਾ ਪਾਠ ਤੁਸੀਂ ਕਰ ਸਕਦੇ ਹੋ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ। ਪਾਤਾਲਾਂ ਹੇਠ ਹੋਰ ਲੱਖਾਂ ਹੀ ਪਾਤਾਲ ਹਨ। ਇਹ ਠੀਕ ਹੈ, ਕਿਸੇ ਨੇ ਕਿਸੇ ਸਮੇਂ ਕਿਹਾ ਹੋਵੇਗਾ ਵੀ 7 ਪਾਤਾਲ ਨੇ, 7 ਆਕਾਸ਼ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਪਾਤਾਲਾਂ ਹੇਠ ਹੋਰ ਲੱਖਾਂ ਹੀ ਪਾਤਾਲ ਹਨ ਅਤੇ ਆਗਾਸਾਂ ਉੱਤੇ ਹੋਰ ਲੱਖਾਂ ਹੀ ਆਕਾਸ਼ ਹਨ। ਬੇਅੰਤ ਰਿਸ਼ੀ ਮੁਨੀ ਇਹਨਾਂ ਦੇ ਅਖੀਰਲੇ ਬੰਨਿਆਂ ਦੀ ਭਾਲ ਕਰ ਕਰਕੇ ਥੱਕ ਗਏ। ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ। ਓੜਕ ਦਾ ਅਰਥ ਹੁੰਦਾ ਅਖੀਰ ਨੂੰ, ਅਖੀਰ ਤੱਕ। ਪਤਾ ਨਹੀਂ ਕਿੰਨੇ ਰਿਸ਼ੀਆਂ ਮੁਨੀਆਂ ਨੇ ਜਿਹੜਾ ਹੈ ਉਹ ਭਾਲ ਕੀਤੀ, ਖੋਜ ਕੀਤੀ, ਲਿਖਿਆ, ਪਰ ਆਖਰ ਨੂੰ ਥੱਕ ਗਏ। ਪਾਤਸ਼ਾਹ ਕਹਿੰਦੇ ਨੇ ਭਾਈ ਉਹ ਥੱਕ ਕੇ ਲੱਭ ਕੇ ਜਦ ਪੂਰਾ ਪਾਰਾਵਾਰ ਨਾ ਪਾ ਸਕੇ ਤਾਂ ਇਹ ਗੱਲ ਸਾਰੇ ਵੇਦ ਇੱਕ ਜ਼ੁਬਾਨ ਹੋ ਕੇ ਆਖਦੇ ਨੇ। ਸਹਸ 18 ਕਹਿਨ ਕਤੇਬਾਂ ਅਸੂਲੂ ਇੱਕ ਤਾਤ। ਪਾਓ ਮੁਸਲਮਾਨ ਤੇ ਈਸਾਈਆਂ ਆਦਿਕਤੀਆਂ ਜਿਹੜੀਆਂ 4 ਧਾਰਮਿਕ ਪੁਸਤਕਾਂ ਹਨ, ਕੁੱਲ 18,000 ਆਲਮ ਹਨ, ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ ਹਜ਼ਾਰਾਂ ਤੇ ਲੱਖਾਂ ਵੀ ਕੁਦਰਤ ਦੀ ਜਿਹੜੀ ਗੱਲ ਹੈ ਉਹ ਗਿਣਤੀ ਨਹੀਂ ਕਰ ਸਕਦਾ। ਕਿ ਤੁਸੀਂ ਕਹਿ ਲਓ ਕਿ ਉਹਨਾਂ ਨੇ ਕਹਿ ਦਿੱਤਾ ਇੰਨੇ ਹਜ਼ਾਰ, ਇੰਨੇ ਲੱਖ, ਪਾਤਸ਼ਾਹ ਕਹਿੰਦੇ ਨਾ ਭਾਈ। ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਥਾਂ ਤੇ ਜ਼ਿਕਰ ਕਰਦੇ ਨੇ, ਕਹਿਣ ਲੱਗੇ ਨੇਤ ਨੇਤ ਕਥੰਤ ਬੇਦਾ। ਨਾ ਇਤੀ ਬੇਦਾ ਨੇ ਵੀ ਕਹਿ ਦਿੱਤਾ ਰੱਬ ਜੀ ਦਾ ਪਾਰਾਵਾਰ ਨਹੀਂ ਹੈ। ਰੱਬ ਜੀ ਦੀ ਕੁਦਰਤ ਦਾ ਪਾਰਾਵਾਰ ਤੁਸੀਂ ਨਹੀਂ ਪਾ ਸਕਦੇ। ਗੁਰਦੇਵ ਮੇਰੇ ਮਾਲਕ ਕਹਿੰਦੇ ਨੇ ਲੇਖਾ ਹੋਏ ਤਾਂ ਲਿਖਿਆ, ਲੇਖਾ ਹੋਏ ਵਿਨਾਸ਼। ਜੇ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦੋਂ ਹੀ ਲਿਖਿਆ ਜਾ ਸਕਦਾ ਹੈ ਜੇ ਲੇਖਾ ਹੋ ਸਕੇ, ਗਿਣਤੀ ਜਿਹੜਾ ਕੋਈ ਦੱਸ ਸਕੇ। ਪਾਤਸ਼ਾਹ ਕਹਿੰਦੇ ਨੇ ਨਹੀਂ ਲਿਖਿਆ ਜਾ ਸਕਦਾ। ਬੜਾ ਮੁਸ਼ਕਿਲ ਕੰਮ ਹੈ, ਬਹੁਤ ਔਖਾ ਕੰਮ ਹੈ। ਕਿੰਨਾ ਕੁ ਔਖਾ ਹੈ, ਕਬੀਰ ਸਾਹਿਬ ਜੀ ਨੇ ਜਿਹੜਾ ਇਸ ਗੱਲ ਦੇ ਬਾਬਤ ਚਾਨਣੀ ਪਾ ਦਿੱਤਾ। ਕਬੀਰ ਸਾਹਿਬ ਕਹਿੰਦੇ ਨੇ ਬਸੁਦਾ ਕਾਗਦ ਜੇ ਕਰੂੰ ਕਲਮ ਕਰੂੰ ਬਨ ਰਾਏ। ਕਹਿੰਦੇ ਜਿੰਨੀ ਵੀ ਧਰਤੀ ਹੈ ਨਾ, ਇਹ ਸਾਰੀ ਧਰਤੀ ਨੂੰ ਜਿਹੜਾ ਹੈ ਉਹ ਮੈਂ ਕਾਗਜ਼ ਬਣਾ ਲਵਾਂ, ਤੇ ਜਿੰਨੇ ਵੀ ਦਰਖਤ ਨੇ, ਬੂਟੇ ਨੇ, ਬਨਸਪਤੀ ਹੈ, ਬਨਰਾਏ ਇਹ ਬਨਸਪਤੀ ਹੈ, ਇਹਦੀਆਂ ਟਾਹਣੀਆਂ ਵੱਢ ਕੇ ਉਹਨਾਂ ਦੀਆਂ ਕਲਮਾਂ ਕੱਢ ਲਵਾਂ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀਆਂ ਕੁ ਕਲਮਾਂ ਬਣਨਗੀਆਂ। ਇੱਕ ਛੋਟੀ ਜੀ ਟਾਹਣੀ ਵਿੱਚੋਂ ਕਿੰਨੀਆਂ ਕਲਮਾਂ ਬਣ ਜਾਂਦੀਆਂ ਸੀ। ਜਿਨ੍ਹਾਂ ਨੇ ਕਲਮਾਂ ਬਣਾਉਣੀਆਂ ਸਿੱਖੀਆਂ, ਪੁਰਾਣੇ ਬਜ਼ੁਰਗ, ਉਹਨਾਂ ਨੇ ਜਿਹੜਾ ਪੱਟੀ ਲਿਖੀ ਹੋਏਗੀ, ਤਖਤੀ ਲਿਖੀ ਹੋਏਗੀ, ਪਹਿਲਾਂ ਕਲਮਾਂ ਘੜ ਕੇ ਫਿਰ ਲਿਖਦੇ ਸੀ ਨਾ, ਸਿਆਹੀ ਬਣਾ ਕੇ। ਪਾਤਸ਼ਾਹ ਕਹਿੰਦੇ ਫਿਰ ਜੇਕਰ ਐਡੀ ਵੱਡੀ ਧਰਤੀ ਹੈ, ਇੰਨੀਆਂ ਸਾਰੀਆਂ ਕਲਮਾਂ ਨੇ, ਫਿਰ ਸਿਆਹੀ ਵੀ ਤਾਂ ਬਹੁਤ ਚਾਹੀਦੀ ਹੈ। 7 ਸਮੁੰਦਰ ਮਸ ਕਰੋ। ਜੇ 7 ਸਮੁੰਦਰ ਵੱਡੇ ਮੰਨੇ ਗਏ ਨੇ, ਉਹਨਾਂ 7 ਸਮੁੰਦਰਾਂ ਦੀ ਮੈਂ ਸਿਹਾਈ ਬਣਾ ਲਵਾਂ, ਤੇ 7 ਸਮੁੰਦਰਾਂ ਦੀ ਸਿਹਾਈ ਬਣਾ ਕੇ
ਫਿਰ ਜਿਹੜਾ ਰੱਬ ਜੀ ਦੇ ਬਾਰੇ, ਰੱਬ ਜੀ ਦੀ ਕੁਦਰਤ ਬਾਰੇ ਲਿਖਣਾ ਸ਼ੁਰੂ ਕਰ ਦੇਵਾਂ। ਤੇ ਉਹ ਫਿਰ ਵੀ ਕੀ ਕਹਿੰਦੇ ਨੇ, ਹਰ ਜਸ ਲਿਖਣ ਨਾ ਜਾਏ। ਕਹਿਣ ਲੱਗੇ ਚੇਤੇ ਰੱਖੋ, ਹਰੀ ਦਾ ਜਸ ਜਿਹੜਾ ਹੈ ਉਹ ਲਿਖਿਆ ਨਹੀਂ ਜਾ ਸਕਦਾ, ਉਹ ਬੇਅੰਤ ਹੈ। ਮੇਰੇ ਮਾਲਕ ਕਹਿੰਦੇ ਨੇ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਅਕਾਲ ਪੁਰਖ ਸਾਰੇ ਜਗਤ ਵਿੱਚ ਵੱਡਾ ਆਖਿਆ ਜਾਂਦਾ ਹੈ। ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ, ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈਗਾ। ਸੋ ਆਓ ਇਸ ਪੌੜੀ ਬਾਰੇ ਸਤਿਕਾਰਯੋਗ ਵੀਰ ਜੀ ਪਾਸੋਂ ਵਿਚਾਰਾਂ ਸਰਵਣ ਕਰਦੇ ਹਾਂ ਜੀ। ਜਿਹੜਾ ਸ਼ਬਦ ਦਿਓਰੀ ਦੀਪਕ ਹੁੰਦਾ ਹੈ, ਜਿਵੇਂ ਵੀਰ ਜੀ ਨੇ ਸਾਂਝ ਪਾਈ ਹੈ, ਉਹਦਾ ਸੰਬੰਧ ਆਪ ਤੋਂ ਪਹਿਲੇ ਨਾਲ ਵੀ ਤੇ ਆਪਣੇ ਤੋਂ ਬਾਅਦ ਵਾਲੇ ਅੱਖਰ ਨਾਲ ਵੀ ਹੁੰਦਾ ਹੈ। ਔਰ ਵਿਦਵਾਨਾਂ ਦੀ ਇਹ ਰਾਏ ਹੈ ਵੀ ਇੱਥੇ ਇਹਨੂੰ ਇਕੱਠਾ ਹੀ ਪਾਠ ਕਰ ਲਿਆ ਜਾਏ ਤਾਂ ਕਿ ਦੋਹੇ ਪਾਸੇ ਸੰਬੰਧ ਬਣਿਆ ਰਹੇ, ਤੇ ਉਹ ਜ਼ਿਆਦਾ ਚੰਗੀ ਗੱਲ ਹੈ। ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਲੱਖਾਂ ਪਤਾਲ ਤੇ ਲੱਖਾਂ ਆਗਾਸ, ਦੋਵੇਂ ਪਾਸੇ ਲੱਖ ਸ਼ਬਦ ਜੁੜੇਗਾ। ਜਿਵੇਂ ਦਹਲੀਜ਼ ਦੇ ਉੱਤੇ ਦੀਵਾ ਬਾਲਦੀ ਹੈ ਨਾ, ਉਹਦੀ ਕੁਝ ਰੋਸ਼ਨੀ ਕਮਰੇ ਵਿੱਚ ਵੀ ਆਏਗੀ ਤੇ ਕੁਝ ਰੋਸ਼ਨੀ ਜਿਹੜੀ ਹੈ ਬਾਹਰ ਵਿਹੜੇ ਵਿੱਚ ਵੀ ਜਾਏਗੀ। ਇਸੇ ਕਰਕੇ ਇਹਨੂੰ ਦੇਵਰੀ ਦੀਪਕ ਸਾਹਿਤ ਵਿੱਚ ਕਿਹਾ ਜਾਂਦਾ ਵੀ ਇਹਦਾ ਸੰਬੰਧ ਆਪਣੇ ਤੋਂ ਸੱਜੇ ਤੇ ਆਪਣੇ ਤੋਂ ਖੱਬੇ ਦੋਹੇ ਸ਼ਬਦਾਂ ਦੇ ਨਾਲ ਹੁੰਦਾ ਹੈ। ਹੁਣ ਇਹਦੇ ਵਿੱਚ ਸਤਿਗੁਰ ਜੀ ਨੇ ਪਹਿਲੀਆਂ ਜੋ ਦੋ ਵਿਚਾਰਧਾਰਾਵਾਂ ਦਿੱਤੀਆਂ ਨਾ, ਉਹ ਗੁਰੂ ਨਾਨਕ ਸਾਹਿਬ ਜੀ ਦੀਆਂ ਨਹੀਂ ਹੈ। ਗੁਰੂ ਨਾਨਕ ਸਾਹਿਬ ਨਹੀਂ ਕਹਿ ਰਹੇ ਲੱਖਾਂ ਪਤਾਲ ਤੇ ਲੱਖਾਂ ਆਗਾਸ ਨੇ ਧਿਆਨ ਦੇਣਾ। ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ ਵੇਦ ਕਹਿਨ ਇੱਕ ਵਾ। ਇਹ ਵੇਦਾਂ ਦੀ ਵਿਚਾਰਧਾਰਾ ਹੈ, ਗੁਰੂ ਨਾਨਕ ਸਾਹਿਬ ਜੀ ਦੀ ਨਹੀਂ ਹੈ। ਉਹ ਕਹਿੰਦੇ ਨੇ ਲੱਖਾਂ ਪਾਤਾਲ ਤੇ ਲੱਖਾਂ ਆਗਾਸ ਨੇ। ਜਿਹੜੀ ਅਗਲੀ ਗੱਲ ਹੈ, ਸਹਿਸ 18 ਕਹਿਨ ਕਤੇਬਾਂ, ਇਹ ਕਤੇਬਾਂ ਦੀ ਵਿਚਾਰਧਾਰਾ ਹੈ। ਕਤੇਬ ਕਹਿੰਦੇ ਨੇ ਵੀ 18,000 ਆਲਮ ਹੈ ਮਾਲਕ ਨੇ ਬਣਾਏ। ਤੇ ਸਤਿਗੁਰੂ ਜੀ ਬੜੇ ਪਿਆਰ ਨਾਲ ਕਹਿੰਦੇ, ਉਹ ਕਹਿਣ ਲੱਗੇ ਗਾਣੇ 'ਚ ਆਪਾਂ ਗੁਣ ਸੀ ਨਾ ਰੱਬ ਜੀ ਦੇ, ਵਡਿਆਈਆਂ ਗਾਉਣੀਆਂ ਸੀ ਅਸੀਂ, ਤੇ ਰੱਬ ਦਾ ਲੇਖਾ ਪਾਉਣ ਲੱਗ ਪਏ ਵੀ ਰੱਬ ਨੇ ਇੰਨਾ ਬਣਾਇਆ, ਸਾਨੂੰ ਪਤਾ ਲੱਗ ਗਿਆ, ਅਸੀਂ ਉਹਦੀ ਬੇਅੰਤਤਾ ਨੂੰ ਮਾਪ ਰਹੇ ਹਾਂ। ਇਹਦਾ ਮਤਲਬ ਅਸੀਂ ਕਹਿ ਦਿੱਤਾ ਵੀ ਇੰਨਾ ਕੁਝ ਬਣਾਇਆ, ਸਾਰਾ ਕੁਝ ਸਾਨੂੰ ਪਤਾ ਲੱਗ ਗਿਆ। ਇਹਦਾ ਮਤਲਬ ਗਿਣਤੀ ਤਾਂ ਹੀ ਲਿਖੀ ਨਾ ਵੀ ਇੰਨਾ ਹੀ ਹੈ। ਸਤਿਗੁਰ ਕਹਿਣ ਲੱਗੇ ਆਪਾਂ ਸੁਧਾਈ ਕਰੀਏ, ਆਪਾਂ ਇਹ ਗਿਣਤੀਆਂ ਪਾਸੇ ਕਰ ਦਈਏ। ਇਹ ਨਹੀਂ ਕਿ ਇਹਨੂੰ ਵੱਡਾ ਨਹੀਂ ਕਹਿਣਾ। ਹਾਲਾਂਕਿ ਦੋਹਾਂ ਪੰਕਤੀਆਂ ਦੇ ਵਿੱਚ ਉਹਨਾਂ ਨੇ ਰੱਬ ਦੀ ਵਡਿਆਈ ਕਰਨ ਵਾਸਤੇ ਹੀ ਸ਼ਬਦ ਵਰਤੇ ਨੇ ਵੀ ਅਸਲਾ ਇੱਕ ਹੀ ਹੈ। ਅਖੀਰ ਤੱਕ ਵੇਦ ਭਾਲ ਭਾਲ ਕਰਕੇ ਥੱਕ ਗਏ, ਕੀਤੀ ਵਡਿਆਈ ਹੈ, ਪਰ ਹਜ਼ੂਰ ਕਹਿੰਦੇ ਇਹਨੂੰ ਹੋਰ ਸੁਧਾਈ ਕਰ ਲਈਏ, ਇਹਦੇ ਵਿੱਚੋਂ ਨਾ ਗਿਣਤੀ ਕੱਢ ਦਈਏ, ਗਿਣਤੀ ਕੱਢ ਦਈਏ। ਕੋਈ ਗਿਣਤੀ ਦਾ ਮਤਲਬ ਹੈ ਕਿ ਮੈਂ ਗਿਣਿਆ, ਮੈਨੂੰ ਪਤਾ ਲੱਗ ਗਿਆ ਇੰਨਾ। ਇਹਨੂੰ ਇੱਦਾਂ ਸਮਝ ਲਈਏ, ਸਾਡਾ ਮੰਤਵ ਜਿਹੜਾ ਹੈ ਨਾ, ਉਹ ਵਡਿਆਈ ਕਰਨਾ ਹੈ, ਅੰਤ ਪਾਉਣਾ ਨਹੀਂ ਹੈ। ਵਡਿਆਈ ਕਰਨਾ ਹੈ, ਅੰਤ ਪਾਉਣਾ ਨਹੀਂ ਹੈ। ਜਿਹੜਾ ਅੰਤ ਪਾਉਣ ਲੱਗ ਪਵੇ ਨਾ, ਉਹ ਰਸ ਨਹੀਂ ਪ੍ਰਾਪਤ ਕਰ ਸਕਦਾ। ਮੈਂ ਇੱਕ ਉਦਾਹਰਨ ਦੇਵਾਂ। ਕਿਸੇ ਮੰਨ ਲਓ ਆਪਾਂ ਦਰਬਾਰ ਸਾਹਿਬ ਗਏ, ਦਰਬਾਰ ਸਾਹਿਬ ਗਏ, 2-3 ਦਿਨ ਉੱਥੇ ਹਾਜ਼ਰੀ ਭਰੀ, ਅਸੀਂ ਵਾਪਸ ਆਏ। ਵਾਪਸ ਆ ਕੇ ਸਾਡੇ ਆਂਢ ਗੁਆਂਢ ਉਹਨਾਂ ਨਾਲ ਗੱਲਬਾਤ ਹੁੰਦੀ, ਤੁਸੀਂ ਬੜੇ ਵੱਡੇ ਭਾਗੀ ਹੋ, ਤੁਸੀਂ ਦਰਸ਼ਨ ਕੀਤੇ ਹੈ, ਸੁਣਾਓ ਕੋਈ ਉੱਥੋਂ ਦੀ ਗੱਲ। ਹੁਣ ਉਹ ਗੱਲ ਸੁਣਾਉਂਦਾ ਮੇਰੇ ਵਰਗਾ ਬੰਦਾ, ਇੰਨੀ ਸੰਗਤ, ਲੱਖਾਂ ਦੀ ਤਾਦਾਦ ਵਿੱਚ ਸੰਗਤ ਸੀ ਉੱਥੇ, ਪੈਰ ਰੱਖਣ ਨੂੰ ਥਾਂ ਨਹੀਂ ਸੀ। ਕਹਿੰਦਾ ਹੋਰ ਲੰਗਰ, ਲੱਖਾਂ ਬੰਦੇ ਛਕ ਰਹੇ ਹੈ, ਬਾਹਰ ਫੇਰ ਖੜੇ ਹੈ, ਉੱਥੇ ਖੀਰ ਵਰਤ ਰਹੀ ਹੈ, ਉੱਥੇ ਪੂੜੇ ਵਰਤ ਰਹੇ ਹੈ, ਉੱਥੇ ਪਨੀਰ ਦੀਆਂ ਸਬਜ਼ੀਆਂ ਆ ਰਹੀਆਂ ਹੈ, ਉੱਥੇ ਕੋਈ ਅੰਤ ਹੀ ਨਹੀਂ ਹੈਗਾ। ਹੋਰ ਮੱਥਾ ਟੇਕਣ ਦੇ ਲਈ ਘੰਟਾ 2-2 ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ। ਹੋਰ ਗਏ ਸਨ ਕਿਸੇ ਗੁਰਪੁਰਬ ਤੇ, ਜਲੌ ਲੱਗਾ ਸੀ, ਉੱਥੇ ਕਈਆਂ ਸੋਨੇ ਦੀਆਂ ਚਾਂਦੀ ਦੇ ਤਸਲੇ, ਉਹਨਾਂ ਦੀ ਗੱਲ ਕਰ ਰਿਹਾ। ਚੰਦੋਆ ਜਿਹੜਾ ਹੈਗਾ ਬੜਾ ਕੀਮਤੀ,
ਇੰਨੀ ਭੇਟ ਚੜ੍ਹ ਰਹੀ ਹੈ ਕਿ ਜਿਹੜਾ ਸੇਵਾਦਾਰ ਹੈ ਉਹ ਗੋਲਕ ਦੇ ਵਿੱਚ ਪਾਈ ਜਾ ਰਿਹਾ, ਵਿੱਚ ਕਰੀ ਜਾ ਰਿਹਾ, ਉਹਨੂੰ ਸਾਹ ਹੀ ਨਹੀਂ ਆ ਰਿਹਾ। ਇੰਨੀਆਂ ਪਟਾਵਾਂ, ਲੱਖਾਂ ਲੱਖਾਂ ਰੁਪਏ ਦੇ ਰੁਮਾਲੇ ਲੋਕੀ ਕਰ ਰਹੇ ਨੇ। ਇਹ ਸਾਰਾ ਕੁਝ ਦੱਸਦਾ ਹੈ। ਵਿੱਚ ਇੱਕ ਬਜ਼ੁਰਗ ਸਿਆਣਾ ਬੈਠਾ ਸੀ, ਕਹਿਣ ਲੱਗਾ, ਪੁੱਤ ਹੁਕਮ ਕਿਹੜਾ ਸੁਣ ਕੇ ਆਏ ਹੈ? ਉਸ ਵੇਲੇ ਮੁੱਖ ਵਾਕ ਕਿਹੜਾ ਸੀ? ਉਹ ਦੇਖੇ ਵੀ ਉਹ ਤਾਂ ਮੈਨੂੰ ਯਾਦ ਹੀ ਨਹੀਂ। ਰਾਗੀ ਸਿੰਘ ਸ਼ਬਦ ਪੜ੍ਹ ਰਹੇ ਹੋਣਗੇ, ਗੁਰੂ ਕੇ ਕੀਰਤਨੀ, ਕਿਹੜਾ ਸ਼ਬਦ ਪੜ੍ਹਿਆ ਉਹਨੂੰ ਯਾਦ ਹੀ ਨਹੀਂ। ਉਹ ਕਹਿਣ ਲੱਗਾ, ਭਲਿਆ ਤੂੰ ਕੀ ਕਰ ਆਇਆ ਹੈ? ਤੂੰ ਇਹ ਦੇਖਣ ਗਿਆ ਸੀ ਵੀ ਉੱਥੇ ਗਿਣਤੀ ਕਿੰਨੀ ਆ ਰਹੀ, ਕਿੰਨੀ ਜਾ ਰਹੀ ਹੈ, ਭੇਟਾ ਕਿੰਨੀ ਚੜ੍ਹ ਰਹੀ, ਕਿੰਨੀ ਨਹੀਂ ਚੜ੍ਹ ਰਹੀ, ਲੰਗਰ ਕਿਹੜਾ ਬਣ ਰਿਹਾ, ਕਿਹੜਾ ਨਹੀਂ ਬਣ ਰਿਹਾ। ਤੂੰ ਤੇ ਹਿਸਾਬ ਕਿਤਾਬ ਜਿਹਾ ਲਾ ਕੇ ਆਇਆ ਹੈ। ਤੂੰ ਹਿਸਾਬ ਕਿਤਾਬ ਲਾਉਣ ਥੋੜ੍ਹਾ ਨਾ ਗਿਆ ਉੱਥੇ, ਤੂੰ ਤੇ ਰਸ ਲੈਣ ਗਿਆ ਸੀ ਨਾ। ਹੁਣ ਜਿਹੜਾ ਬੰਦਾ ਹਿਸਾਬ ਕਿਤਾਬ 'ਚ ਪੈ ਜਾਂਦਾ ਹੈ ਨਾ, ਉਹ ਅਸਲ ਗੱਲ ਤੋਂ ਪਾਸੇ ਰਹਿ ਜਾਂਦਾ ਹੈ। ਹੁਣ ਆਪਾਂ ਗੱਲ ਸਮਝੀਏ ਇਸ ਗੱਲ ਨੂੰ। ਇੱਦਾਂ ਹੀ ਜੇ ਆਪਾਂ ਰੱਬ ਦਾ ਅੰਤ ਪਾਣ ਪਿੱਛੇ ਪੈ ਗਏ ਨਾ, ਉਹ ਰਸ, ਉਹ ਆਨੰਦ, ਉਹ ਖਾਸ ਗੱਲ ਜਿਹੜੀ ਹੈ ਨਾ, ਉਹ ਤੋਂ ਵਾਂਝੇ ਰਹਿ ਜਾਵਾਂਗੇ, ਸਿਮਰਨ ਤੋਂ ਵਾਂਝੇ ਰਹਿ ਜਾਵਾਂਗੇ। ਤੇ ਸਤਿਗੁਰੂ ਜੀ ਉਹੀ ਸਮਝਾਉਂਦੇ ਨੇ। ਇਹ ਲੱਖਾਂ ਦੀਆਂ ਗਿਣਤੀਆਂ, ਇਹ ਹਜ਼ਾਰਾਂ ਦੀਆਂ ਗਿਣਤੀਆਂ ਇੰਜ ਦੱਸਦੀਆਂ ਨੇ ਵੀ ਅਸੀਂ ਇਹ ਅੰਤ ਪਾ ਲਿਆ। ਸਾਨੂੰ ਪਤਾ ਵੀ ਇੰਨੇ ਪਤਾਲ ਹੁੰਦੇ ਨੇ, ਇੰਨੇ ਆਕਾਸ਼ ਹੁੰਦੇ ਨੇ, ਇੰਨੇ ਆਲਮ ਹੁੰਦੇ ਨੇ। ਹਜ਼ੂਰ ਕਹਿਣ ਲੱਗੇ, ਨਹੀਂ, ਪਾਸੇ ਕਰੋ ਇਹਨਾਂ ਨੂੰ, ਗੁਣ ਗਾਓ, ਹਿਸਾਬ ਕਿਤਾਬ ਨਾ ਕਰੋ। ਨਾਨਕ ਵੱਡਾ ਆਖੀਐ, ਨਾਨਕ ਵੱਡਾ ਆਖੀਐ, ਨਾਨਕ ਵੱਡਾ ਆਖੀਐ, ਨਾਨਕ ਵੱਡਾ ਆਖੀਐ। ਆਪੇ ਜਾਣੈ ਆਪ, ਆਪੇ ਜਾਣੈ ਆਪ, ਆਪੇ ਜਾਣੇ ਆਪ, ਆਪੇ ਜਾਣੇ ਆਪ। ਉਹਨੂੰ ਵੱਡਾ ਕਹਿਣਾ ਚਾਹੀਦਾ, ਪਰ ਉਹ ਕਿੱਡਾ ਵੱਡਾ ਹੈ ਉਹ ਆਪ ਹੀ ਜਾਣਦਾ ਹੈ, ਤੁਸੀਂ ਨਹੀਂ ਜਾਣਦੇ। ਤੁਸੀਂ ਕਹਿਣਾ ਉਹਨੂੰ ਵੱਡਾ, ਤੁਸੀਂ ਸਿਫਤ ਸਲਾਹ ਕਰ ਰਹੇ ਹੋ, ਪਰ ਉਹ ਕਿੱਡਾ ਵੱਡਾ ਹੈ ਉਹ ਅਸੀਂ ਨਹੀਂ ਜਾਣ ਸਕਦੇ। ਮਾਲਕ ਰਹਿਮਤ ਕਰੇ, ਅਸੀਂ ਵੀ ਰੱਬ ਦੇ ਗੁਣ ਗਾਇਨ ਕਰੀਏ, ਅਸੀਂ ਵੀ ਅੰਤ ਪਾਣ ਪਿੱਛੇ ਨਾ ਚਲੇ ਜਾਈਏ ਕਿਤੇ। ਅਗਲੀ ਜਿਹੜੀ ਪੌੜੀ ਹੈ ਨਾ, ਹੋਰ ਸਪਸ਼ਟ ਕਰੇਗੀ ਇਸ ਨੂੰ ਜੀ। ਆਓ ਬਾਣੀ ਨਾਲ ਜੁੜੀਏ। ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ, ਸਾਲਾ ਹੀ ਸਾਲਾਹ ਏਤੀ ਸੁਰਤ ਨ ਪਾਈਆ। ਨਦੀਆਂ ਅਤੈਵਾ ਪਵੈ ਸਮੁੰਦ ਨ ਜਾਣੀਐ, ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ, ਤਾਨ ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵੀਸਰੈ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਗੁਰੂ ਸਵਾਰਿਓ, ਹੁਣੇ ਹੀ ਆਪ ਜੀ ਨੇ ਸਰਵਣ ਕੀਤਾ ਹੈ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਗੁਰੂ ਪਾਤਸ਼ਾਹ ਇਸ ਪੌੜੀ ਵਿੱਚ ਵੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਇਹ ਤੇ ਗੱਲ ਸਮਝ ਆ ਗਈ ਕਿ ਬੰਦਗੀ ਕਰਨ ਨਾਲ ਪ੍ਰਭੂ ਦਾ ਜਿਹੜਾ ਅੰਤ ਹੈ ਉਹ ਨਹੀਂ ਪਾਇਆ ਜਾ ਸਕਦਾ। ਪਰ ਇਸ ਦਾ ਇਹ ਭਾਵ ਨਹੀਂ ਹੈ ਕਿ ਤੁਸੀਂ ਪਰਮੇਸ਼ਵਰ ਦੀ ਸਿਫਤ ਸਲਾਹ ਨਾ ਕਰੋ। ਉਹਦੀ ਸਿਫਤ ਸਲਾਹ ਜਿਹੜੀ ਹੈ ਉਹ ਕਰਨੀ ਛੱਡ ਦਿਓ ਕਿ ਸਿਫਤ ਸਲਾਹ ਦਾ ਭਾਈ ਕੋਈ ਲਾਭ ਹੀ ਨਹੀਂ ਹੈ। ਗੁਰਦੇਵ ਕਹਿੰਦੇ ਨੇ ਨਹੀਂ, ਉਹਦੀ ਸਿਫਤ ਸਲਾਹ ਕਰਨ ਦਾ ਬਹੁਤ ਵੱਡਾ ਲਾਭ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਮਨੁੱਖ ਸ਼ਾਹਾਂ ਪਾਤਸ਼ਾਹਾਂ ਦੀ ਵੀ ਪਰਵਾਹ ਨਹੀਂ ਕਰਦਾ ਹੈ। ਜੇ ਪ੍ਰਭੂ ਦੀ ਭਗਤੀ ਕਰਨ ਵਾਲਾ ਮਨੁੱਖ ਹੋਵੇ ਨਾ, ਬੰਦਗੀ ਕਰਨ ਵਾਲਾ, ਉਹ ਫਿਰ ਪਰਵਾਹ ਨਹੀਂ ਕਰਦਾ ਹੈ, ਰਾਜੇ ਬਾਦਸ਼ਾਹਾਂ ਦੀ ਵੀ ਪਰਵਾਹ ਨਹੀਂ ਕਰਦਾ। ਤੁਹਾਡੇ ਸਾਹਮਣੇ ਇਤਿਹਾਸ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ ਨੇ ਤੇ ਜਹਾਂਗੀਰ ਦੇ ਨਾਲ ਨੇੜਤਾ ਵਧੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗਲਾਂ ਦੇ ਵਿੱਚ ਰਹਿ ਰਹੇ ਨੇ
ਟੈਂਟ ਲਾ ਕੇ ਰਹਿ ਰਹੇ ਨੇ, ਤੰਬੂ ਲਾ ਕੇ ਰਹਿ ਰਹੇ ਨੇ। ਇੱਕ ਪਾਸੇ ਜਹਾਂਗੀਰ ਦਾ ਤੰਬੂ ਹੈ, ਇੱਕ ਪਾਸੇ ਪਾਤਸ਼ਾਹ ਦਾ ਤੰਬੂ ਹੈ। ਤੇ ਇੱਕ ਗਰੀਬ ਸਿੱਖ ਇਸ ਇਲਾਕੇ ਦਾ, ਜਿਹਨੂੰ ਪਤਾ ਲੱਗਿਆ ਕਿ ਵੀ ਮੇਰੇ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਨੇ, ਮੈਂ ਦਰਸ਼ਨ ਕਰਨੇ ਨੇ। ਪਤਾ ਨਹੀਂ ਕਦੋਂ ਦਾ ਉਹ ਅਰਦਾਸਾਂ ਕਰ ਰਿਹਾ ਸੀ, ਬੇਨਤੀਆਂ ਕਰ ਰਿਹਾ ਸੀ। ਅੱਜ ਉਹਦੀਆਂ ਅਰਦਾਸਾਂ ਨੂੰ ਭਾਗ ਲੱਗਿਆ। ਕਿਸੇ ਨੇ ਕਿਹਾ ਜਿਹਦੇ ਵਾਸਤੇ ਤੂੰ ਅਰਦਾਸਾਂ ਕਰਦਾ ਸੀ ਨਾ, ਉਹ ਤੇਰਾ ਮਾਹੀ ਤੇਰੇ ਹੀ ਜੰਗਲ ਵਿੱਚ ਠਹਿਰਿਆ ਹੋਇਆ, ਤੇਰੇ ਇਲਾਕੇ ਦੇ ਵਿੱਚ, ਜਾ ਕਰ ਲੈ ਜਾ ਕੇ ਦਰਸ਼ਨ। ਉਹ ਕਹਿੰਦਾ ਵੀ ਪਾਤਸ਼ਾਹ ਆਏ ਨੇ, ਮੇਰਾ ਚਿੱਤ ਕਰਦਾ ਵੀ ਮੈਂ ਮਿਲ ਕੇ ਆਵਾਂ ਤੇ ਸਤਿਗੁਰੂ ਵਾਸਤੇ ਕੁਝ ਨਾ ਕੁਝ ਭੇਟਾ ਲੈ ਕੇ ਜਾਵਾਂ। ਗੁਰਦੇਵ ਦੇ ਘੋੜਿਆਂ ਵਾਸਤੇ ਘਾਹ ਦੀ ਪੰਡ ਬੰਨ੍ਹ ਲਈ ਹੈ ਤੇ ਨਾਲ ਟਕਾ ਵੀ ਲੈ ਲਿਆ ਹੈ। ਚੱਲ ਗਿਆ, ਜਾ ਕੇ ਪੁੱਛਿਆ। ਉਹਨੇ ਕਿਹੜਾ ਪਹਿਲਾਂ ਵੇਖਿਆ ਸੀ, ਕਦੇ ਗਿਆ ਹੀ ਨਹੀਂ ਸੀ ਉਹ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ, ਕਿ ਉਹਨੇ ਪਹਿਲਾਂ ਦਿਦਾਰੇ ਕੀਤੇ ਹੋਣ। ਕਹਿਣਗੇ ਜਾ ਕੇ ਵੇਖਿਆ। ਉਹਨੇ ਪੁੱਛ ਲਿਆ ਬਾਹਰ ਪਹਿਰੇਦਾਰਾਂ ਨੂੰ ਕਿ ਮੈਂ ਪਾਤਸ਼ਾਹ ਨੂੰ ਮਿਲਣਾ ਹੈ। ਬਾਦਸ਼ਾਹ ਦੇ ਲੋਕ ਜਿਹੜਾ ਹੈ ਉਹ ਵੇਖ ਕੇ ਕਹਿਣ ਲੱਗੇ ਜੀ ਜ਼ਰੂਰ ਮਿਲਾ ਦਿੰਦੇ ਆ। ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੈ, ਪਰ ਹੈ ਗਰੀਬ ਹੈ। ਸਮਝ ਤੇ ਜਹਾਂਗੀਰ ਪਹਿਲਾਂ ਹੀ ਗਿਆ ਸੀ। ਜਦੋਂ ਉਹਨੇ ਕਿਹਾ ਜੀ ਬਾਹਰ ਬੰਦਾ ਆਇਆ ਤੇ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ ਹੈ, ਤੇ ਜਹਾਂਗੀਰ ਕਹਿੰਦਾ ਹੈ ਜੀ ਕੋਈ ਨਹੀਂ, ਆਣ ਦਿਓ। ਜਦੋਂ ਉਹ ਆਇਆ, ਉਹਨੇ ਘਾਹ ਦੀ ਪੰਡ ਬਾਹਰ ਰੱਖ ਦਿੱਤੀ ਹੈ। ਆ ਕੇ ਇੱਕ ਟਕਾ ਰੱਖਿਆ ਤੇ ਹੱਥ ਜੋੜ ਬੇਨਤੀ ਕਰਦਾ ਹੈ, ਮੇਰੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ, ਤੂੰ ਐਡੀਆਂ ਵੱਡੀਆਂ ਦਾਤਾਂ ਦਿੱਤੀਆਂ, ਕਿਰਪਾ ਕਰੀ ਇਹ ਲੋਕ ਵੀ ਸੰਵਰ ਜਾਏ ਤੇ ਪਰਲੋਕ ਵੀ ਸੰਵਰ ਜਾਏ। ਜਹਾਂਗੀਰ ਸੁਣ ਕੇ ਹੈਰਾਨ ਹੈ ਵੀ ਇਹ ਤੇ ਭੁਲੇਖੇ ਨਾਲ ਆ ਗਿਆ, ਇਹ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਹੈਗਾ। ਉਸ ਵੇਲੇ ਉਸ ਜਹਾਂਗੀਰ ਨੇ ਵੀ ਕਹਿ ਦਿੱਤਾ ਭਾਈ ਤੂੰ ਭੁਲੇਖੇ ਨਾਲ ਆ ਗਿਆ। ਮਹਾਰਾਜ ਜੀ ਦਾ ਤੇ ਤੰਬੂ ਉਹ ਸਾਹਮਣੇ ਹੈ, ਦੂਜੇ ਪਾਸੇ ਹੈ। ਤੂੰ ਜੇ ਲੋਕ ਪਰਲੋਕ ਸਵਾਰਨਾ ਨਾ, ਤੇ ਲੋਕ ਪਰਲੋਕ ਦਾ ਮਾਲਕ, ਦੋ ਜਹਾਨਾਂ ਦਾ ਮਾਲਕ ਉਹ ਪਾਤਸ਼ਾਹ ਸਾਹਮਣੇ ਵਾਲੇ ਤੰਬੂ ਵਿੱਚ ਹੈ। ਕਹਿੰਦਾ ਇਹਨੂੰ ਛੱਡਿਓ ਭਾਈ। ਤੇ ਉਸ ਨੇ ਫਿਰ ਪਰਵਾਹ ਨਹੀਂ ਕੀਤੀ, ਆਪਣਾ ਟਕਾ ਇੱਕਦਮ ਚੁੱਕ ਲਿਆ ਹੈ। ਹੁਣ ਹੈਰਾਨ ਹੈ, ਬਾਦਸ਼ਾਹ ਅੱਗੇ ਰੱਖੀ ਹੋਈ ਭੇਟਾ ਕੋਈ ਕਿਵੇਂ ਚੁੱਕੇ। ਬਾਦਸ਼ਾਹ ਦੇ ਜਿਹੜੇ ਅਹਿਲਕਾਰ ਸਨ ਖੱਬੇ ਸੱਜੇ ਖਲੋਤੇ ਹੋਏ, ਉਹ ਵੀ ਹੈਰਾਨ ਹੋ ਗਏ। ਉਹ ਕਹਿੰਦੇ ਭਲਿਆ ਵੀ ਆਹ ਕੀ ਕਰਨ ਲੱਗਾ, ਇਹਦੇ ਬਦਲੇ ਤੈਨੂੰ 10 ਟਕੇ ਦੇ ਦਿੰਨੇ ਆ, ਹੋਰ ਇਹਦੇ ਬਦਲੇ ਜਿੰਨੇ ਤੂੰ ਪੈਸੇ ਕਹੇ ਉਨੇ ਦੇ ਦਿੰਨੇ ਆ, ਮੋਹਰਾਂ ਦੇ ਦਿੰਨੇ ਆ, ਜਿੰਨਾ ਤੈਨੂੰ ਧਨ ਚਾਹੀਦਾ ਉਹਨਾਂ ਦੇ ਦਿੰਨੇ ਆ ਕਿਉਂ। ਕਹਿਣ ਲੱਗਾ ਜੀ ਇਹ ਮੈਂ 10 ਨੂੰਹਾਂ ਦੀ ਕਿਰਤ ਕਮਾਈ ਵਿੱਚੋਂ ਆਪਣੇ ਪਾਤਸ਼ਾਹ ਜੀ ਨੂੰ ਭੇਟਾ ਕਰਨਾ ਹੈ, ਮੈਂ ਇਹਨਾਂ ਨੂੰ ਥੋੜ੍ਹੀ ਮਿਲਣਾ ਹੈ, ਮੈਂ ਤਾਂ ਆਪਣੇ ਸੱਚੇ ਪਾਤਸ਼ਾਹ ਨੂੰ ਮਿਲਣ ਆਇਆ। ਚਲੋ ਜੀ, ਉਹ ਕਹਿੰਦੇ ਚੱਲ ਕੋਈ ਗੱਲ ਨਹੀਂ, ਤੂੰ ਘਾਹ ਦੀ ਪੰਡ ਵੀ ਲੈ ਕੇ ਜਾਵੇਂਗਾ ਜਿਹੜਾ ਘੋੜਿਆਂ ਵਾਸਤੇ ਲੈ ਕੇ ਆਇਆ। ਕਹਿੰਦੇ ਹਾਂ ਉਹ ਵੀ ਲੈ ਕੇ ਜਾਵਾਂਗਾ। ਉਹ ਕਹਿੰਦੇ ਭਲਿਆ ਵੀ ਇੰਨੀ ਤੇ ਇੱਜ਼ਤ ਕਰ ਲੈ ਵੀ ਘਾਹ ਦੀ ਜਿਹੜੀ ਪੰਡ ਹੈ ਉਹ ਤੇ ਛੱਡ ਹੀ ਜਾ। ਉਹ ਕਹਿੰਦੇ ਨਹੀਂ ਉਹ ਵੀ ਨਹੀਂ ਛੱਡ ਕੇ ਜਾਵਾਂਗਾ, ਮੈਂ ਆਪਣੇ ਪਾਤਸ਼ਾਹ ਦੇ ਘੋੜਿਆਂ ਵਾਸਤੇ ਲੈ ਕੇ ਆਇਆ, ਉਹ ਵੀ ਉੱਥੇ ਹੀ ਅਰਪਣ ਕਰਾਂਗਾ। ਕੋਈ ਪਰਵਾਹ ਨਹੀਂ ਹੈ। ਕਿਉਂ? ਕਿਉਂਕਿ ਅੰਦਰ ਪ੍ਰਵਾਸਾ ਹੈ ਗੁਰੂ ਦਾ, ਅੰਦਰ ਗੁਰੂ ਦਾ ਵਿਸ਼ਵਾਸ ਹੈਗਾ। ਅੰਦਰ ਗੁਰੂ ਨੇ ਜਿਹੜੀ ਖੇਡ ਵਰਤਾਈ ਹੈ ਨਾ ਕਿ ਮੇਰੇ ਮਾਲਕ ਵਿਣ ਗੁਣ ਕੀਤੇ ਭਗਤ ਨਾ ਹੋਏ, ਉਹਦੇ ਅੰਦਰ ਗੁਰਦੇਵ ਨੇ ਗੁਣ ਪੈਦਾ ਕੀਤੇ ਨੇ। ਮੇਰੇ ਮਾਲਕ ਨੇ ਭਗਤੀ ਕਰਨ ਦੇ ਗੁਣ ਪੈਦਾ ਕੀਤੇ ਨੇ। ਮੇਰੇ ਮਾਲਕ ਨੇ ਵਿਸ਼ਵਾਸ ਦਵਾ ਦਿੱਤਾ ਹੈਗਾ। ਜਦੋਂ ਬੰਦਾ ਨਾਮ ਜਪਦਾ ਹੈ ਨਾ, ਬੰਦ ਕੀ ਕਰਦਾ ਹੈ, ਫਿਰ ਉਹ ਰਾਜੇ ਬਾਦਸ਼ਾਹਾਂ ਦੀ ਕੋਈ ਪਰਵਾਹ ਨਹੀਂ ਕਰਦਾ। ਕਬੀਰ ਸਾਹਿਬ ਜੀ ਦੀ ਤੁਸੀਂ ਗੱਲ ਸੁਣੀ ਹੋਏਗੀ, ਉਹਨਾਂ ਨੂੰ ਜਿਹੜਾ ਹੈ ਉਹ ਕਿਵੇਂ ਹਾਥੀ ਦੇ ਅੱਗੇ ਬੰਨ੍ਹ ਕੇ ਸੁੱਟ ਦਿੱਤਾ ਗਿਆ ਸੀ। ਨਾਮਦੇਵ ਜੀ ਦੀ ਗੱਲ ਤੁਸੀਂ ਸੁਣੀ ਹੋਏਗੀ, ਕਿਵੇਂ ਉਹਨਾਂ ਨੂੰ ਜਿਹੜਾ ਹੈ ਉਹ ਬਾਰ-ਬਾਰ ਬਾਦਸ਼ਾਹ ਨੇ ਕਿਹਾ ਸੀ, ਬਾਰ-ਬਾਰ ਆਖਿਆ ਸੀ ਭਈ ਤੂੰ ਇੱਕ ਵਾਰ ਜਿਹੜਾ ਹੈ ਉਹ ਰਹੀਮ ਕਹਿ ਦੇ, ਇੱਕ ਵਾਰ ਤੂੰ ਕਰੀਮ ਕਹਿ ਦੇ, ਇੱਕ ਵਾਰ ਤੂੰ ਅੱਲਾਹ ਕਹਿ ਦੇ। ਤੇ ਨਾਮਦੇਵ ਜੀ ਨੇ ਕਿਹਾ ਨਹੀਂ ਕਹਿਣਾ। ਫਿਰ ਜਦੋਂ ਉਹਨਾਂ ਨੇ ਨਹੀਂ ਕਿਹਾ, ਉਹਨਾਂ ਦੇ ਮਾਤਾ ਜੀ ਨੂੰ ਫੜ ਕੇ ਲਿਆਏ। ਮਾਤਾ ਜੀ ਨੂੰ ਲੈ ਕੇ ਆਏ, ਕਹਿਣ ਕਿ ਤੁਹਾਡਾ ਇਹ ਪੁੱਤਰ ਹੈ, ਤੁਸੀਂ ਆਪਣੇ ਪੁੱਤਰ ਨੂੰ ਆਖੋ ਕਿ ਇਹ ਜਿਹੜਾ ਹੈ ਇਹ ਖੁਦਾ ਕਵੇ, ਅੱਲਾਹ ਤਾਲਾ ਕਵੇ, ਇਹ ਰਹੀਮਾ ਕਰੀਮਾ ਕਵੇ ਜੋ ਅਸੀਂ ਕਹਾਣਾ ਚਾਹੁੰਦੇ ਆ।
ਮਾਂ ਨੇ ਫਿਰ ਮਮਤਾ ਦੀ ਮਾਂ ਨੇ ਆਖਿਆ, ਕਹਿਣ ਕਿ ਪੁੱਤ ਕਹਿ ਦੇਣਾ ਕੀ ਹੁੰਦਾ ਹੈ? ਕੀ ਹੁੰਦਾ? ਕੀ ਜਾਂਦਾ ਰਾਮ ਕਹਿਣ ਨਾਲ? ਕੀ ਜਾਂਦਾ ਰਹੀਮ ਕਹਿਣ ਨਾਲ? ਕੀ ਜਾਂਦਾ ਅੱਲਾਹ ਕਹਿਣ ਨਾਲ? ਕਦੇ ਤੂੰ ਰਾਮ ਕਹਿਣਾ, ਕਦੇ ਅੱਲਾਹ ਕਹਿਣਾ, ਮੈਂ ਤੈਨੂੰ ਸੁਣਿਆ। ਤੇ ਅੱਜ ਕਹਿੰਦੇ ਨੇ ਨਾ ਅੱਲਾਹ ਕਹੋ ਕਹਾ ਦੇ, ਤੇ ਤੂੰ ਹੁਣ ਕਹਿ ਦੇਣਾ, ਕੋਈ ਫਰਕ ਨਹੀਂ ਪੈਂਦਾ। ਨਾਮਦੇਵ ਜੀ ਕਹਿਣ ਲੱਗੇ, ਮਾਂ ਅੱਜ ਇਹ ਜ਼ਬਰਨ ਕਹਾਣਾ ਚਾਹੁੰਦੇ ਨੇ। ਜੋ ਮੈਂ ਕਹਿਣਾ ਨਾ ਉਹ ਮੌਜ ਵਿੱਚ ਕਹਿਣਾ ਹੈ, ਉਹ ਸੁਤੰਤਰਤਾ ਵਿੱਚ ਕਹਿਣਾ ਹੈ। ਪਰ ਜੇ ਮਾਂ ਅੱਜ ਤੇਰੀ ਮਮਤਾ ਵੀ ਮੇਰੇ ਸਾਹਮਣੇ ਆਣ ਕੇ ਮੇਰੇ ਧਰਮ ਦੀ ਆਜ਼ਾਦੀ ਨੂੰ ਬੇੜੀਆਂ ਪਾਉਂਦੀ ਹੈ, ਤੇ ਫਿਰ ਮੈਂ ਇਹ ਗੱਲ ਤਾਂ ਕਹਿ ਸਕਦਾ ਕਿ ਨਾ ਹੂੰ ਤੇਰਾ ਪੁੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ। ਕਹਿਣ ਲੱਗੇ ਮੈਂ ਰੱਬ ਨਾਲ ਰਿਸ਼ਤਾ ਨਹੀਂ ਤੋੜ ਸਕਦਾ, ਰੱਬ ਨਾਲ ਨਾਤਾ ਨਹੀਂ ਤੋੜ ਸਕਦਾ। ਐਸੀ ਮੋਜ ਭਗਤ ਜਨਾਂ ਦੀ ਹੈ। ਗੁਰੂ ਸਵਾਰਿਓ, ਇੱਕ ਗੱਲ ਕਹਿ ਕੇ ਫਿਰ ਇਹਦੇ ਅਰਥਾਂ ਵੱਲ ਵਧੀਏ। ਸਮੁੰਦਰ ਦੇ ਕਿਨਾਰੇ ਇੱਕ ਪੁਤਲਾ ਖਲੋਤਾ ਹੋਇਆ ਹੈ, ਤੇ ਉਹ ਸਮੁੰਦਰ ਦੇ ਕਿਨਾਰੇ ਜਿਹੜਾ ਪੁਤਲਾ ਖਲੋਤਾ ਹੈ ਨਾ, ਉਹ ਲੂਣ ਦਾ ਪੁਤਲਾ ਹੈ। ਕੋਈ ਉੱਥੋਂ ਨਿਕਲਿਆ ਜਾ ਰਿਹਾ, ਉਹਨੂੰ ਪੁੱਛਦਾ ਵੀ ਤੂੰ ਬੜੀ ਦੇਰ ਹੋ ਗਈ ਤੈਨੂੰ ਇੱਥੇ ਖਲੋਤੇ ਹੋਏ, ਮੈਂ ਵੇਖ ਰਿਹਾ ਸਵੇਰ ਦਾ ਸੂਰਜ ਚੜ੍ਹਿਆ ਉਦੋਂ ਦਾ ਤੂੰ ਆਣ ਕੇ ਖਲੋਤਾ ਹੋਇਆ, ਤੇ ਹੁਣ ਸ਼ਾਮਾਂ ਪੈ ਗਈਆਂ, ਕੀ ਲੱਭਦਾ ਪਿਆ? ਕਹਿਣ ਲੱਗੇ ਜੀ ਇਹਦੀ ਡੂੰਘਾਈ ਲੱਭ ਰਿਹਾ, ਕਿੰਨਾ ਡੂੰਘਾ ਹੈ, ਇਹਦਾ ਪਾਰਾਵਾਰ ਪਾਣਾ ਚਾਹੁੰਦਾ। ਉਹ ਸੱਜਣ ਕਹਿਣ ਲੱਗਾ ਫਿਰ ਇੱਥੇ ਕੁਝ ਨਹੀਂ ਲੱਭਣਾ, ਖਲੋਤੇ ਹੋਏ ਕਿਨਾਰੇ ਤੇ ਲੱਭਣਾ ਚਾਹੁੰਦਾ ਹੈ ਨਾ, ਤੇ ਫਿਰ ਐਵੇਂ ਕਰ ਛਾਲ ਮਾਰ ਦੇ ਵਿੱਚ, ਇਹਦੇ ਵਿੱਚ ਛਾਲ ਮਾਰ ਦੇ, ਛਾਲ ਮਾਰ ਕੇ ਜਾ, ਤੈਨੂੰ ਪਤਾ ਲੱਗੇਗਾ ਕਿ ਉਹ ਕਿੰਨਾ ਡੂੰਘਾ ਹੈ। ਉਹ ਗਿਆ, ਕਹਿਣ ਲੱਗੇ ਉਹ ਬਾਹਰ ਹੀ ਨਹੀਂ ਆਇਆ ਅੱਜ ਤੱਕ, ਉਹ ਬਾਹਰ ਹੀ ਨਹੀਂ ਆਇਆ। ਉਹ ਅੰਤ ਤਾਂ ਕੀ ਲੱਭਣਾ ਸੀ, ਅੰਤ ਪਾਉਂਦੇ ਪਾਉਂਦੇ ਉਹਦੇ ਵਿੱਚ ਹੀ ਉਹ ਸਮਾ ਗਿਆ, ਉਸ ਵਿੱਚ ਹੀ ਉਹ ਲੀਨ ਹੋ ਗਿਆ। ਅੱਜ ਗੁਰਦੇਵ ਕੁਝ ਇਸ ਤਰ੍ਹਾਂ ਦੀ ਗੱਲ ਸਮਝਾ ਰਹੇ ਨੇ। ਪਾਤਸ਼ਾਹ ਕਹਿੰਦੇ ਨੇ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਸਲਾਹਣ ਯੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕਿੱਡਾ ਵੱਡਾ ਹੈ। ਸਿਫਤ ਸਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ, ਵੱਡੀਆਂ ਨਦੀਆਂ ਹੋਣ, ਛੋਟੇ ਨਾਲੇ ਹੋਣ, ਹੋਰ ਛੋਟੇ ਹੋਣ, ਉਹ ਸਾਰੇ ਸਮੁੰਦਰ ਵਿੱਚ ਜਦੋਂ ਪੈ ਜਾਂਦੇ ਨੇ ਫਿਰ ਉਹਨਾਂ ਦਾ ਪਤਾ ਨਹੀਂ ਲੱਗਦਾ ਵੀ ਕਿੱਥੇ ਉਹ ਸਮਾ ਗਏ ਨੇ, ਫਿਰ ਉਹਨਾਂ ਦੀ ਆਪਣੀ ਵੱਖਰੀ ਹੋਂਦ ਖਤਮ ਹੋ ਜਾਂਦੀ ਹੈ। ਮੇਰੇ ਮਾਲਕ ਪਾਤਸ਼ਾਹ ਕਹਿੰਦੇ ਨੇ ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲ ਧਨ, ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ, ਗਿਰਹਾਂ ਸੇਤੀ ਪਹਾੜਾਂ ਜਿੱਡੇ, ਅਸਲ ਸ਼ਬਦ ਹੈ ਗਿਰ, ਗਿਰ ਮਾਨੇ ਪਹਾੜ। ਸੋ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ ਜਿਨ੍ਹਾਂ ਦੇ ਖਜ਼ਾਨਿਆਂ ਵਿੱਚ ਪਹਾੜਾਂ ਜਿੱਡਾ ਧਨ ਪਦਾਰਥ ਹੋਵੇ, ਭਾਵ ਬੇਅੰਤ ਪਦਾਰਥ ਹੋਣ, ਢੇਰਾਂ ਦੇ ਢੇਰ ਲੱਗੇ ਹੋਣ, ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿੱਚ ਇੱਕ ਕੀੜੀ ਦੇ ਬਰਾਬਰ ਵੀ ਨਹੀਂ ਹੁੰਦੇ। ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ, ਜੇ ਅਕਾਲ ਪੁਰਖ ਉਸ ਕੀੜੀ ਦੇ ਮਨ ਵਿੱਚੋਂ ਤੂੰ ਨਾ ਵਿਸਰੇ ਤਾਂ ਉਹ ਵੀ ਮਹਾਨ ਹੈ। ਆਓ ਇਹਦੇ ਬਾਰੇ ਹੋਰ ਜਿਹੜਾ ਵਿਸਥਾਰ ਨਾਲ ਜਾਣਨ ਦਾ ਆਪਾਂ ਯਤਨ ਕਰੀਏ ਜੀ। ਜੇ ਪਾਣੀ ਚਾਹੁੰਦਾ ਹੈ ਵੀ ਮੈਂ ਸਮੁੰਦਰ ਵਿੱਚ ਮਿਲਾਂ ਤਾਂ ਉਹਦੇ ਲਈ ਵਗਣਾ ਜ਼ਰੂਰੀ ਹੈ। ਇੱਕ ਥਾਂ ਤੇ ਇਕੱਠਾ ਹੋ ਗਿਆ ਫਿਰ ਸਮੁੰਦਰ ਤੱਕ ਨਹੀਂ ਜਾ ਸਕਦਾ। ਜੇ ਪਾਣੀ ਚਾਹੁੰਦਾ ਹੈ ਸਮੁੰਦਰ ਨਾਲ ਮਿਲਾਪ ਤਾਂ ਉਹਦਾ ਵਹਿਣਾ ਜ਼ਰੂਰੀ ਹੈ। ਇਸੇ ਤਰੀਕੇ ਦੇ ਨਾਲ ਜੇ ਇਹ ਜੀਵ ਚਾਹੁੰਦਾ ਹੈ ਰੱਬ ਦੇ ਨਾਲ ਮਿਲਾਪ ਤਾਂ ਇਹਦਾ ਸਿਮਰਨ ਜ਼ਰੂਰੀ ਹੈ, ਇਹਦਾ ਸਲਾਹੁਣਾ ਜ਼ਰੂਰੀ ਹੈ। ਪਾਣੀ ਵਹਿ ਵਹਿ ਕੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦਾ ਹੈ, ਨਾ ਕਿ ਉਹ ਸਮੁੰਦਰ ਦੀ ਗਹਿਰਾਈ ਤੇ ਚੌੜਾਈ ਨੂੰ ਦੱਸਦਾ ਹੈ।
ਇੱਦਾਂ ਹੀ ਰੱਬ ਦਾ ਸਿਮਰਨ ਕਰਕੇ ਮਨੁੱਖ ਰੱਬ ਦੇ ਵਿੱਚ ਸਮਾ ਜਾਂਦਾ ਹੈ, ਨਾ ਕਿ ਉਹ ਦੱਸਦਾ ਕਿ ਰੱਬ ਕਿੱਡਾ ਵੱਡਾ ਹੈ ਤੇ ਮੇਰੇ ਤੋਂ ਪੁੱਛੋ ਵੀ ਉਹਦੀ ਲੰਬਾਈ ਚੌੜਾਈ ਕੀ ਹੈ। ਪਰ ਚੇਤੇ ਰੱਖਣਾ, ਪਾਣੀ ਤੇ ਸਮੁੰਦਰ ਨੂੰ ਮਿਲ ਰਿਹਾ ਹੈ, ਅਸੀਂ ਦੇਖਦੇ ਹਾਂ, ਉਹ ਤੇ ਆਪਣੇ ਪਿਆਰੇ ਨੂੰ ਪ੍ਰਾਪਤ ਕਰ ਲੈਂਦਾ ਹੈ, ਅਸੀਂ ਨਹੀਂ ਕਰ ਪਾਉਂਦੇ। ਸਤਿਗੁਰ ਨੇ ਉਦਾਹਰਨ ਦਿੱਤੀ ਹੈ, ਦੇਖ ਉਹ ਸਮੁੰਦਰ ਦਾ ਰੂਪ ਹੋਇਆ ਨਾ, ਤੂੰ ਵੀ ਹੋ ਸਕਦਾ ਹੈ ਰੱਬ ਦਾ ਰੂਪ। ਪਰ ਜੋ ਕਾਰਜ ਉਹਨੇ ਕੀਤਾ ਹੈ ਨਾ ਆਪਣੇ ਪ੍ਰੀਤਮ ਨੂੰ ਮਿਲਣ ਦੇ ਲਈ ਤੈਨੂੰ ਵੀ ਕਰਨਾ ਚਾਹੀਦਾ ਹੈ। ਚਲੋ ਪਾਣੀ ਦਾ ਕਾਰਜ ਵੇਖੀ, ਹੋਇਆ ਕਿ ਸਮੁੰਦਰ ਵਿੱਚ ਹੀ ਸੀ ਨਾ ਪਾਣੀ ਪਹਿਲਾਂ, ਪਰ ਸੂਰਜ ਦੇ ਪ੍ਰਭਾਵ ਕਰਕੇ ਇਹ ਪਾਣੀ ਜਿਹੜਾ ਭਾਫ ਦਾ ਰੂਪ ਲੈ ਗਿਆ। ਹਵਾ ਦਾ ਪੱਲਾ ਪਕੜ ਕੇ ਇਹ ਸਮੁੰਦਰ ਤੋਂ ਉੱਠਿਆ ਤੇ ਬੱਦਲ ਦੇ ਰੂਪ ਵਿੱਚ ਵੱਖ-ਵੱਖ ਥਾਵਾਂ ਤੇ ਪਹੁੰਚ ਗਿਆ। ਪਹਾੜ ਆਏ, ਉਹਨਾਂ ਦੀ ਸੰਗਤ ਕਰਕੇ ਕੁਝ ਠੰਡਾ ਹੋਇਆ, ਇਹ ਪਹਾੜਾਂ ਤੇ ਜਾ ਕੇ ਵਸਿਆ, ਪੈ ਗਿਆ, ਮੀਂਹ ਪੈ ਗਿਆ ਜਿਵੇਂ ਕਹਿੰਦੇ ਆ। ਪਰ ਪਹਾੜਾਂ ਦੀ ਸੰਗਤ ਕਰਕੇ, ਉੱਥੋਂ ਦੀ ਠੰਡ ਕਰਕੇ ਇਹਦਾ ਰੂਪ ਫੇਰ ਵਟਿਆ, ਇਹ ਬਰਫ਼ ਦਾ ਰੂਪ ਬਣ ਗਿਆ, ਪਹਾੜਾਂ ਦੇ ਗਲੇ ਨਾਲ ਲੱਗਿਆ ਰਿਹਾ। ਹੁਣ ਕਿਤਨਾ ਚਿਰ ਇਹ ਪਹਾੜਾਂ ਦੇ ਗਲੇ ਨਾਲ ਲੱਗਿਆ ਰਿਹਾ, ਫਿਰ ਕਿਤੇ ਸੂਰਜ ਦੀ ਰੋਸ਼ਨੀ ਦੇ ਨਾਲ ਇਹਦਾ ਅਸਲਾ ਸਾਹਮਣੇ ਆਇਆ, ਇਹ ਪਾਣੀ ਦੇ ਰੂਪ ਵਿੱਚ ਆਇਆ ਦੁਬਾਰਾ। ਜਿਵੇਂ ਹੀ ਇਹਨੂੰ ਆਪਣੇ ਅਸਲੇ ਦਾ ਪਤਾ ਲੱਗਿਆ ਨਾ, ਇਹਨੇ ਉਸੇ ਵੇਲੇ ਪਹਾੜਾਂ ਦਾ ਸਾਥ ਛੱਡਿਆ ਤੇ ਵਹਿਣਾ ਸ਼ੁਰੂ ਕਰ ਦਿੱਤਾ। ਤੇ ਪਹਾੜ ਨੇ ਗੱਲ ਕੀਤੀ, ਕਹਿਣ ਲੱਗਾ ਹੱਦ ਹੋ ਗਈ, ਤੂੰ ਕਿੱਥੇ ਚੱਲਿਆ? ਮੈਂ ਤੈਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਹੈ, ਤੂੰ ਕਿੱਥੇ ਚੱਲਿਆ? ਇੱਥੇ ਹੀ ਰੁਕ। ਭਲਾ ਪਾਣੀ ਰੁਕਦਾ? ਉਹ ਕਹਿੰਦਾ ਨਹੀਂ। ਅਸਲਾ ਆ ਗਿਆ ਨਾ ਸਾਹਮਣੇ, ਉਹਨੂੰ ਪਤਾ ਲੱਗ ਗਿਆ। ਕਹਿਣ ਲੱਗਾ ਨਹੀਂ, ਮੈਂ ਸਮੁੰਦਰ ਕੋਲ ਜਾਣਾ ਹੈ, ਉੱਥੋਂ ਹੀ ਆਇਆ ਸਾਂ ਮੈਂ। ਫਿਰ ਪਹਾੜ ਕਹਿੰਦਾ ਫਿਰ ਮੇਰੀ ਗੱਲ ਸੁਣ, ਤੂੰ ਜੇ ਤੂੰ ਮੈਨੂੰ ਛੱਡ ਕੇ ਚੱਲਿਆ ਹੈ ਨਾ, ਜਿਹਨੇ ਸੀਨੇ ਨਾਲ ਲਾ ਕੇ ਰੱਖਿਆ ਸੀਗਾ, ਪਰ ਹੁਣ ਤੈਨੂੰ ਮੈਂ ਦੱਸਦਾ, ਮੇਰਾ ਇੱਕ ਇੱਕ ਪੱਥਰ ਤੇਰੇ ਸਿਰ 'ਚ ਵੱਜੇਗਾ। ਹੁਣ ਦੇਖ ਥੱਲੇ ਕਿੰਨੀ ਖਾਈ ਹੈ, ਡਿੱਗੇਗਾ ਸਿਰ ਪਰ ਨੇ। ਜਿੱਥੋਂ ਜਿੱਥੋਂ ਹੋ ਕੇ ਲੰਘੇਗਾ, ਮੇਰਾ ਹਰੇਕ ਪੱਥਰ ਤੇਰਾ ਵਿਰੋਧ ਕਰੇਗਾ, ਰੁਕਾਵਟ ਪੈਦਾ ਕਰੇਗਾ। ਪਰ ਕੀ ਪਾਣੀ ਡਰਦਾ? ਨਹੀਂ। ਕਿੱਡੀ ਖਾਈ ਤੋਂ ਥੱਲੇ ਡਿੱਗਦਾ ਹੈ। ਰਸਤੇ ਵਿੱਚ ਕਿੰਨੇ ਮਨਮੋਹਕ ਦ੍ਰਿਸ਼ ਆਉਂਦੇ ਨੇ, ਕਦੇ ਪਾਣੀ ਨੇ ਰੁਕ ਕੇ ਵੇਖਿਆ? ਨਹੀਂ। ਕਿੰਨੇ ਡਰਾਵਣੇ ਦ੍ਰਿਸ਼ ਆਉਂਦੇ ਨੇ, ਜੰਗਲਾਂ ਤੋਂ ਕਿੱਥੋਂ ਨਿਕਲਦਾ, ਪਰ ਕੀ ਪਾਣੀ ਰੁਕ ਕੇ ਦੇਖਦਾ? ਨਾ, ਉਹ ਤੁਰਿਆ ਜਾਂਦਾ, ਤੁਰਿਆ ਜਾਂਦਾ। ਕਿਉਂ? ਕਿਉਂਕਿ ਉਹਦੇ ਅੰਦਰ ਇੱਕ ਚੰਨ ਹੈ, ਮੈਂ ਸਮੁੰਦਰ ਨੂੰ ਮਿਲਣਾ ਹੈ। ਇਸੇ ਤਰ੍ਹਾਂ ਇਹ ਮਨੁੱਖ, ਕੁਛ ਵੀ ਹੋ, ਤੂੰ ਸਲਾਈ ਜਾ, ਸਲਾਈ ਜਾ, ਸਿਫਤ ਕਰੀ ਜਾ, ਕਰੀ ਜਾ, ਸਿੱਖ ਪਾਣੀ ਕੋਲੋਂ, ਤੂੰ ਆਪਣੇ ਪ੍ਰੀਤਮ ਨੂੰ ਮਿਲ ਜਾਏਗਾ। ਭਾਈ ਵੀਰ ਸਿੰਘ ਦੇ ਸ਼ਬਦ ਮੈਨੂੰ ਚੇਤੇ ਆ ਗਏ। ਉਹ ਪਾਣੀ ਦੇ ਕਿਨਾਰੇ ਖੜੇ ਨੇ ਤੇ ਪਾਣੀ ਵਹਿ ਰਿਹਾ। ਪਾਣੀ ਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਇੱਛਾ ਜਾਗੀ ਵੀ ਕਿੰਨਾ ਨਿਰਮਲ ਹੈ, ਕਿੰਨਾ ਸਾਫ਼ ਹੈ, ਕਿਵੇਂ ਇਹ ਤੁਰਿਆ ਜਾ ਰਿਹਾ ਹੈ, ਕਿੰਨਾ ਚੰਗਾ ਹੋਵੇ ਇਹਦੇ ਨਾਲ ਮੈਂ ਵੀ ਥੋੜ੍ਹਾ ਜਿਹਾ ਤੁਰ ਲਵਾਂ, ਇਹਦਾ ਸਾਥ ਮਾਣ ਲਵਾਂ। ਕੱਲ੍ਹ ਵੀਰ ਜੀ ਨੇ ਕਿਹਾ ਸੀ ਗੱਲ ਵੀ ਕਵੀ ਲੋਕ ਪੱਥਰਾਂ ਨੂੰ ਵੀ ਗੱਲਾਂ ਕਰਵਾ ਦਿੰਦੇ ਨੇ ਕੁਝ ਸਮਝਾਉਣ ਲਈ। ਉਹਨਾਂ ਦੇ ਬੋਲ ਨੇ, ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ। ਮੇਰਾ ਦਿਲ ਇੱਦਾਂ ਲੱਗਿਆ ਕਿ ਪਾਣੀ ਦੇ ਨਾਲ ਘੁਲ ਗਿਆ ਤੇ ਪਾਣੀ ਦਾ ਸਾਥ ਕਰਕੇ ਪਾਣੀ ਦੇ ਨਾਲ ਨਾਲ ਤੁਰ ਰਿਹਾ। ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਮੇਰਾ ਉਸ ਅੰਦਰ ਖੁਰਿਆ। ਇੰਨਾ ਨਿਰਮਲ ਸੀ, ਡਾਢਾ ਸੀ, ਮੈਨੂੰ ਬੜਾ ਚੰਗਾ ਲੱਗਾ, ਮੈਂ ਤਾਂ ਸਾਥ ਕਰਾਂ, ਮੇਰਾ ਦਿਲ ਜਿਵੇਂ ਉਹਦੇ 'ਚ ਘੁਲ ਗਿਆ। ਪਰ ਹੋਇਆ ਕੀ, ਇਹ ਪਰ ਡਾਢੀ ਚੀਜ਼ ਸੀ ਉੱਠੀ, ਜਾਂ ਪੱਥਰਾਂ ਨਾਲ ਵੱਜਾ। ਜਦੋਂ ਪੱਥਰ ਨਾਲ ਜਾ ਕੇ ਵੱਜਿਆ ਨਾ, ਤੇ ਮੈਨੂੰ ਲੱਗਿਆ ਮੇਰਾ ਦਿਲ ਠਾਹ ਦੇ ਕੇ ਵੱਜਿਆ ਪੱਥਰ ਦੇ ਨਾਲ, ਬੜੀ ਚੀਜ਼ ਉੱਠੀ। ਇਹ ਪਰ ਡਾਢੀ ਚੀਜ਼ ਸੀ ਉੱਠੀ, ਜਾਂ ਪੱਥਰਾਂ ਨਾਲ ਵੱਜਾ, ਠੇਡੇ ਠੁੱਡੇ ਖਾ ਕੇ ਆਖਰ ਫਿਰ ਪਛਾਣ ਨੂੰ ਮੁੜਿਆ। ਇੱਕ ਠੇਡਾ, ਦੂਜਾ ਟੱਕਰ, ਤੀਜੀ, ਤੇ ਕਹਿੰਦੇ ਮੇਰਾ ਦਿਲ ਵਾਪਸ ਆ ਗਿਆ, ਨਹੀਂ ਮੈਂ ਇਹਦੇ ਨਾਲ ਨਹੀਂ ਜਾਣਾ।
ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ। ਜਦੋਂ ਪਿੱਛੇ ਮੁੜ ਰਹੇ ਸੀ ਨਾ, ਕਹਿੰਦੇ ਮੈਨੂੰ ਐ ਲੱਗਿਆ ਜਿਵੇਂ ਪਾਣੀ ਨੇ ਨਾ ਇੱਕ ਕਿਲਕਾਰੀ ਮਾਰੀ ਮੈਨੂੰ, ਉਹਨੇ ਮੈਨੂੰ ਕੁਛ ਕਿਹਾ। ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ, ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ, ਦੁੱਖਾਂ ਬਾਜ ਨਾ ਯਾਰੀ। ਜੇ ਮੰਜ਼ਿਲ ਤੇ ਪਹੁੰਚਣਾ ਹੈ ਨਾ, ਇਹ ਤਾਂ ਸਹਿਣਾ ਪੈਣਾ ਹੈ। ਸਾਨੂੰ ਤੇ ਅੰਮ੍ਰਿਤ ਵੇਲੇ ਹੀ ਬੜਾ ਔਖਾ ਲੱਗ ਰਿਹਾ, ਅੰਮ੍ਰਿਤ ਛਕਣਾ ਹੀ ਬੜਾ ਔਖਾ ਲੱਗ ਰਿਹਾ, ਸਾਨੂੰ ਤੇ ਰਹਿਤ ਰੱਖਣੀ ਬੜੀ ਔਖੀ ਲੱਗ ਰਹੀ ਹੈ, ਨਿਤਨੇਮ ਕਰਨਾ ਹੀ ਬੜਾ ਔਖਾ ਲੱਗ ਰਿਹਾ। ਇਹ ਤਾਂ ਕਰਨਾ ਪੈਣਾ, ਇਹ ਤਾਂ ਰਹਿਤ ਰੱਖਣੀ ਪੈਣੀ ਹੈ। ਅਸੀਂ ਕਹਿੰਦੇ ਖੁਦ ਮੁਖਤਿਆਰ, ਉਹ ਭਲਿਓ ਖੁਦ ਮੁਖਤਿਆਰ ਹੋ ਜਾਓ, ਪਰ ਖੁਦ ਮੁਖਤਿਆਰ ਹੋਣ ਦੇ ਯੋਗ ਹੈਗੇ ਆ ਤੁਸੀਂ? ਮਾਂ ਜਿਹੜੀ ਹੈ ਉਹ ਬੱਚਾ ਕਹੇ ਮੈਨੂੰ ਖੁਦ ਮੁਖਤਿਆਰ ਕਰੋ, ਤੇ ਮਾਂ ਉਹਨੂੰ ਥੱਲੇ ਸਿੱਟ ਦਿੰਦੀ ਹੈ, ਚੱਲ ਘੁੰਮ ਲੈ ਹੁਣ ਉੱਥੇ ਅੱਗ ਤੋਂ ਬਚਣ ਦਾ ਇਹਨੂੰ ਗਿਆਨ ਹੀ ਨਹੀਂ। ਇਹ ਤੇ ਚਾਕੂ ਨੂੰ ਵੀ ਚੁੱਕ ਰਿਹਾ, ਇਹ ਤੇ ਅੱਗ ਨੂੰ ਵੀ ਹੱਥ ਪਾ ਰਿਹਾ, ਤੇ ਸੱਪ ਨੂੰ ਵੀ ਹੱਥ ਪਾ ਰਿਹਾ, ਤੇ ਉਹ ਬੱਚਾ ਕਹੇ ਮੈਨੂੰ ਖੁਦ ਮੁਖਤਿਆਰ ਕਰ। ਸਿਆਣੀ ਮਾਂ ਨਹੀਂ ਛੱਡੇਗੀ, ਉਹ ਕਹੇਗੀ ਪਹਿਲੇ ਯੋਗ ਹੋ, ਪਹਿਲਾਂ ਸਮਝ। ਅਸੀਂ ਸਮਝੇ ਕੁਛ ਹੈ ਨਹੀਂ, ਪਰ ਇਹ ਕਹਿੰਦੇ ਵੀ ਧਰਮ ਤੋਂ ਆਜ਼ਾਦੀ ਦੇ ਦਿਓ ਸਾਨੂੰ, ਅਸੀਂ ਜੋ ਮਰਜ਼ੀ ਕਰ ਲਈਏ। ਭਲਿਆ ਧਰਮ ਨੇ ਕਿੱਥੇ ਕੈਦ ਕੀਤਾ ਤੁਹਾਨੂੰ? ਧਰਮ ਨੇ ਕੈਦ ਕਿੱਥੇ ਕੀਤਾ? ਪ੍ਰਿੰਸੀਪਲ ਤੇਜਾ ਸਿੰਘ ਦੇ ਬੜੇ ਪਿਆਰੇ ਬਚਨ ਨੇ, ਉਹ ਕਹਿਣ ਲੱਗੇ ਸਭ ਤੋਂ ਚੰਗੇ ਢੰਗ ਨਾਲ ਜਿਉਣ ਦਾ ਨਾਂ ਧਰਮ ਹੈ। ਜੋ ਉਹਦੀਆਂ ਗਲਤ ਪਰਿਭਾਸ਼ਾਵਾਂ ਨੇ, ਤੁਸੀਂ ਉਹਦੇ ਤੇ ਨਿਸ਼ਠਾ ਰੱਖ ਕੇ ਕਿਉਂ ਧਰਮ ਦੀ ਗੱਲ ਕਰਦੇ ਹੋ? ਉਹ ਤਾਂ ਹੈ ਹੀ ਗਲਤ ਪਰਿਭਾਸ਼ਾਵਾਂ ਨੇ। ਜੋ ਧਰਮ ਦੀ ਸਹੀ ਪਰਿਭਾਸ਼ਾ ਹੈ ਉਹ ਦੇਖੋ ਨਾ ਤੁਸੀਂ। ਅਸੀਂ ਗਲਤ ਪਰਿਭਾਸ਼ਾ ਸਾਹਮਣੇ ਰੱਖਦੇ ਹਾਂ, ਫਿਰ ਉਸ ਗਲਤ ਪਰਿਭਾਸ਼ਾ ਨੂੰ ਕੱਟਦੇ ਹਾਂ। ਹੈ ਹੀ ਗਲਤ ਹੈ, ਕੱਟੀ ਜਾ ਸਕਦੀ ਹੈ। ਵਹਿਮਾਂ ਭਰਮ ਕਰਨ ਦਾ ਨਾਂ ਕਿੱਥੇ ਧਰਮ ਹੈ? ਅਸੀਂ ਹੁਣੇ ਨਹੀਂ ਬਾਣੀ ਪੜ੍ਹ ਰਹੇ ਹਾਂ, ਉੱਥੇ ਧਰਮ ਵਿੱਚ ਇਹ ਸਿਖਾਇਆ ਜਾ ਰਿਹਾ ਕਿ ਵਹਿਮ ਭਰਮ ਕਰੋ। ਪਰ ਜੇ ਅਸੀਂ ਧਰਮ ਦੀ ਪਰਿਭਾਸ਼ਾ ਹੀ ਕਰਾਂਗੇ ਕਿ ਵਹਿਮ ਭਰਮ ਕਰਨਾ ਧਰਮ ਹੁੰਦਾ ਹੈ, ਇਹ ਤੇ ਸਾਡੀ ਬੇਵਕੂਫੀ ਹੈ, ਇਹ ਤੇ ਪਰਿਭਾਸ਼ਾ ਹੀ ਨਹੀਂ ਧਰਮ ਦੀ। ਅਸੀਂ ਗਲਤ ਪਰਿਭਾਸ਼ਾ ਸਾਹਮਣੇ ਰੱਖਦੇ ਹਾਂ, ਫਿਰ ਉਸ ਪਰਿਭਾਸ਼ਾ ਨੂੰ ਕੱਟਦੇ ਹਾਂ, ਫਿਰ ਉਸ ਤੋਂ ਬਾਅਦ ਉਹ ਕਨਸੈਪਟ 'ਤੇ ਕਾਟਾ ਮਾਰ ਦਿੰਦੇ ਹਾਂ। ਸਿਆਣੇ ਬਣੋ, ਗਲਤ ਪਰਿਭਾਸ਼ਾ ਨੂੰ, ਬੇਸ਼ੱਕ ਉਹ ਗਲਤ ਹੈ, ਪਰ ਸਹੀ ਪਰਿਭਾਸ਼ਾ ਦਿਓ ਸਾਹਮਣੇ। ਕਨਸੈਪਟ 'ਤੇ ਕਾਟਾ ਨਾ ਮਾਰੋ, ਕਨਸੈਪਟ ਸਹੀ ਹੈ। ਖੈਰ ਉਧਰ ਨੂੰ ਮੈਂ ਨਾ ਜਾਵਾਂ। ਹੁਣ ਧਰਮ ਦੀ ਦੁਨੀਆ ਦੇ ਵਿੱਚ ਆਹ ਸਿੱਖਣ ਵਾਲੀ ਗੱਲ ਹੈ। ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਅਸੀਂ ਪ੍ਰਭੂ ਵਰਗੇ ਬਣ ਜਾਣਾ। ਜਿਵੇਂ ਉਸ ਪਾਣੀ ਨੇ ਕਿਹਾ, ਭਾਈ ਇਹ ਤਾਂ ਸਹਿਣਾ ਪੈਣਾ ਤੈਨੂੰ ਜੇ ਤੂੰ ਮੰਜ਼ਿਲ ਚਾਹੁੰਦਾ। ਇਸੇ ਤਰ੍ਹਾਂ ਸਾਨੂੰ ਰਹਿਤ ਰੱਖਣੀ ਚਾਹੀਦੀ ਹੈ। ਉਹਦੇ ਨਾਲ ਗੁਰੂ ਦਾ ਮਿਲਾਪ ਹੈ, ਉਹਦੇ ਨਾਲ ਪ੍ਰਭੂ ਦਾ ਮਿਲਾਪ ਹੈ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੇਂ ਸਮੁੰਦ ਨਾ ਜਾਣੀਏ। ਹੁਣ ਪਾਣੀ ਦਾ ਤਾਂ ਮਿਲਾਪ ਹੋ ਗਿਆ। ਵੇਖੋ ਸੂਰਜ ਦੀ ਕਿਰਨ ਦੇ ਨਾਲ ਪਾਣੀ ਤੇ ਬਰਫ਼ ਤੋਂ ਪਾਣੀ ਬਣ ਗਿਆ। ਹੁਣ ਇੱਧਰ ਸਾਡੀ ਹਾਲਤ ਇਹ ਹੋਈ ਪਈ ਹੈ, ਅਸੀਂ ਬਣੇ ਹੋਏ ਆ ਮਾਇਆ ਦਾ ਰੂਪ, ਮਾਇਆ ਵਿੱਚ ਲੱਗ ਕੇ। ਤੇ ਕੋਈ ਰੱਬੀ ਪਿਆਰਾ ਆਵੇ, ਸਾਨੂੰ ਝੰਜੋੜਦਾ ਆ ਕੇ, ਹਿਲਾਉਂਦਾ, ਆਪਣਾ ਅਸਲਾ ਚੇਤੇ ਕਰਦਾ। ਭਗਤ ਕਬੀਰ ਜੀ ਵਰਗੇ ਆਉਂਦੇ ਨੇ, ਕਹਿੰਦੇ ਨੇ ਕਬੀਰ ਸੂਤਾ ਕਿਆ ਕਰੇ, ਕਬੀਰ ਸੂਤਾ ਕਿਆ ਕਰੇ, ਕਬੀਰ ਸੂਤਾ ਕਿਆ ਕਰੇ, ਕਬੀਰ ਸੂਤਾ ਕਿਆ ਕਰੇ। ਬੈਠਾ ਰਹੋ ਅਰ ਜਾਗ, ਬੈਠਾ ਰਹੋ ਅਰ ਜਾਗ, ਬੈਠਾ ਰਹੋ ਅਰ ਜਾਗ, ਬੈਠਾ ਰਹੋ ਅਰ ਜਾਗ। ਜਾ ਕੇ ਨਾਲੋਂ ਤੂੰ ਵਿਛੜਿਆ ਹੈ ਨਾ, ਉਹ ਹਿਲਾਉਂਦਾ ਹੈ। ਜਾ ਕੇ ਸੰਗ ਤੇ ਵਿਛੂਰਾ, ਜਾ ਕੇ ਸੰਗ ਤੇ ਵਿਛੂਰਾ, ਜਾ ਕੇ ਸੰਗ ਤੇ ਵਿਛੂਰਾ, ਜਾ ਕੇ ਸੰਗ ਤੇ ਵਿਛੂਰਾ। ਤਾਹੀ ਕੇ ਸੰਗ ਲਾਗ, ਤਾਹੀ ਕੇ ਸੰਗ ਲਾਗ, ਤਾਹੀ ਕੇ ਸੰਗ ਲਾਗ, ਤਾਹੀ ਕੇ ਸੰਗ ਲਾਗ। ਉਦੋਂ ਫਿਰ ਕਿਸੇ ਵਿਰਲੇ ਨੂੰ ਹੋਸ਼ ਆਉਂਦੀ ਹੈ, ਜਦੋਂ ਸਮਝਦਾ, ਉਹਨੂੰ ਆਪਣਾ ਅਸਲਾ ਚੇਤੇ ਆਉਂਦਾ ਹੈ। ਫਿਰ ਉਹ ਨਹੀਂ ਰਹਿ ਸਕਦਾ ਰੱਬ ਤੋਂ ਬਿਨਾਂ। ਫਿਰ ਉਹਨੂੰ ਕਹਿਣਾ ਨਹੀਂ ਪੈਂਦਾ ਤੂੰ ਆ ਸਿਮਰਨ ਕਰ,
ਉਹਦੇ ਅੰਦਰ ਜੋ ਪਿਆਸ ਉੱਠ ਗਈ ਨਾ, ਜੋ ਉਹਦੇ ਅੰਦਰ ਤੜਪ ਉੱਠ ਗਈ, ਉਹ ਹੀ ਨਹੀਂ ਟਿਕਣ ਦੇਗੀ ਉਸ ਨੂੰ। ਤੁਹਾਨੂੰ ਪਿਆਸ ਲੱਗੀ ਹੋਵੇ ਤਾਂ ਧੱਕੇ ਨਾਲ ਪਾਣੀ ਪਿਆਉਣਾ ਪਏਗਾ ਤੁਹਾਨੂੰ। ਤੁਸੀਂ ਤੇ ਆਪ ਕਹੋਗੇ ਪਾਣੀ ਪਿਆਓ, ਆਪ ਲੱਭਾਂਗੇ ਪਾਣੀ, ਕੋਈ ਨਹੀਂ ਵੀ ਪਿਆਵੇਗਾ ਨਾ, ਆਪ ਜਾ ਕੇ ਪਾਣੀ ਪੀਵਾਂਗੇ। ਇੱਦਾਂ ਹੀ ਜਦੋਂ ਪ੍ਰਭੂ ਦੇ ਨਾਮ ਦੀ ਪਿਆਸ ਲੱਗ ਗਈ, ਫਿਰ ਪਤਾ ਕੀ ਕਹਿੰਦਾ ਹੈ? ਉਹ ਕਹਿੰਦਾ ਹੁਣ ਤਾਂ ਦੇਰੀ ਨਹੀਂ ਹੁੰਦੀ, ਹੁਣ ਤਾਂ ਕੋਈ ਇਹੋ ਜਿਹਾ ਕੋਈ ਵਿਧ ਬਣ ਜਾਏ, ਖੰਭ ਵਿਕਾਂਦੜੇ ਜੇ ਲਾਹਾਂ, ਖੰਭ ਵਿਕਾਂਦੜੇ ਜੇ ਲਾਹਾਂ, ਖੰਭ ਵਿਕਾਂਦੜੇ ਜੇ ਲਾਹਾਂ, ਖੰਭ ਵਿਕਾਂਦੜੇ ਜੇ ਲਾਹਾਂ। ਕਿੰਨਾ ਸਾਵੀ ਤੋਲ, ਕਿੰਨਾ ਸਾਵੀ ਤੋਲ, ਕਿੰਨਾ ਸਾਵੀ ਤੋਲ, ਕਿੰਨਾ ਸਾਵੀ ਤੋਲ, ਕਿੰਨਾ ਸਾਵੀ ਤੋਲ। ਮੈਂ ਲੈ ਲਵਾਂ, ਆਪਣਾ ਆਪ ਬਰਾਬਰ ਤੋਲ ਕੇ ਦੇਣਾ ਪੈ ਜੇ ਪਾਏ। ਕਿਉਂ ਭਾਈ? ਖੰਭ ਨਾਲ ਕੀ ਕਰਨਾ ਹੈ? ਆਕਾਸ਼ ਤੇ ਉੱਡਣਾ ਹੈ? ਕਹਿੰਦੇ ਨਹੀਂ, ਤਨ ਜੜਾਈ ਆਪਣੇ, ਤਨ ਜੜਾਈ ਆਪਣੇ, ਤਨ ਜੜਾਈ ਆਪਣੇ, ਤਨ ਜੜਾਈ ਆਪਣੇ। ਲਾਹਾਂ ਸੋ ਸੱਜਣ ਟੋਲ, ਲਾਹਾਂ ਸੋ ਸੱਜਣ ਟੋਲ, ਲਾਹਾਂ ਸੁ ਸੱਜਣ ਟੋਲ, ਲਾਹਾਂ ਸੁ ਸੱਜਣ ਟੋਲ। ਜਿਵੇਂ ਪਾਣੀ ਨੇ ਯਾਤਰਾ ਸ਼ੁਰੂ ਕਰ ਦਿੱਤੀ ਨਾ, ਮੈਂ ਚੱਲਿਆ ਸਮੁੰਦਰ ਤੱਕ, ਉਵੇਂ ਹੀ ਫਿਰ ਉਹ ਕਹੇਗਾ ਵੀ ਮੈਂ ਰੱਬ ਨਾਲ ਮਿਲ ਜਾਵਾਂ। ਰਸਤੇ ਵਿੱਚ ਆਉਣਗੀਆਂ ਰੁਕਾਵਟਾਂ। ਆ ਮਾਇਆ ਜਿਹੜੀ ਹੈਗੀ ਹੈ, ਉਹ ਆਪਣੇ ਚੰਗੁਲ ਤੋਂ ਬਾਹਰ ਨਹੀਂ ਨਿਕਲਣ ਦਿੰਦੀ। ਉਹ ਉਸੇ ਵੇਲੇ ਕੋਈ ਨਾ ਕੋਈ ਚੋਗਾ ਸਿੱਟਦੀ ਹੈ ਅੱਗੇ, ਉਦੋਂ ਹੀ ਆਪਣੇ ਜਾਲ ਪਸਾਰਦੀ ਹੈ। ਪਰ ਜਿਹਦੇ ਅੰਦਰ ਪ੍ਰੀਤ ਲੱਗ ਗਈ, ਉਹ ਤਾਂ ਕਹਿੰਦਾ ਜਿੰਨੀਆਂ ਮਰੀਆਂ ਸਹੂਲਤਾਂ ਹੋਣ, ਨਦੀਆਂ ਹੋਵੇ ਧੇਣਵਾਂ, ਸਾਰੀਆਂ ਨਦੀਆਂ ਮੇਰੇ ਵਾਸਤੇ ਬਣ ਜਾਣ ਗਾਵਾਂ, ਮੈਨੂੰ ਦੇਣ ਦੁੱਧ। ਸੁਮ ਹੋਵੇ ਦੁੱਧ ਘੀਓ, ਸਾਰੇ ਸਮੁੰਦਰ ਮੈਨੂੰ ਘਿਓ ਦੇਣ ਲੱਗ ਪੈਣ, ਦੁੱਧ ਦੇਣ ਲੱਗ ਪੈਣ। ਸਗਲੀ ਧਰਤੀ ਸ਼ੱਕਰ ਹੋਵੇ, ਸਾਰੀ ਧਰਤੀ ਮੈਨੂੰ ਸ਼ੱਕਰ ਦੇਵੇ। ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਨਾ ਰੂਪਾ ਹੋਵੇ। ਹੀਰੇ ਲਾਲ ਜੜਾਓ, ਸਾਰੇ ਪਰਬਤ ਮੇਰੇ ਲਈ ਸੋਨਾ ਹੋ ਜਾਣ, ਉਹ ਹੀਰੇ ਲਾਲ ਦੇ ਨਾਲ ਜੜੇ ਹੋਏ ਹੋਣ। ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨ, ਸਵਰਗ ਦੀਆਂ ਇਸਤਰੀਆਂ ਜਿਹੜੀਆਂ ਨੇ ਅਪਸਰਾਵਾਂ, ਉਹ ਮੇਰੇ ਨਾਲ ਵਿਆਹ ਕਰਾਉਣ ਨੂੰ ਰਾਜੀ ਹੋਣ, ਮੇਰੀਆਂ ਇਸਤਰੀਆਂ ਹੋਣ। ਨਾਨਕ ਸਭੋ ਜਾਓ, ਨਾਨਕ ਸਭੋ ਜਾਓ, ਨਾਨਕ ਸਭੋ ਜਾਓ, ਨਾਨਕ ਸਭੋ ਜਾਓ। ਮੇਰਾ ਰਸਤਾ ਨਹੀਂ ਰੋਕ ਸਕਦੀਆਂ ਉਹ, ਸਾਰਾ ਕੁਝ ਚਲੇ ਜਾਏ, ਮੈਂ ਕੀ ਕਰਨਾ ਹੈ? ਪੀ ਤੂੰ ਹੈ ਸਾਲਾਹਣਾ, ਪੀ ਤੂੰ ਹੈ ਸਾਲਾਹਣਾ, ਪੀ ਤੂੰ ਹੈ ਸਾਲਾਹਣਾ, ਪੀ ਤੂੰ ਹੈ ਸਾਲਾਹਣਾ। ਤਾਂ ਵੀ ਮੈਂ ਤੇਰੀ ਸਿਫਤ ਸਲਾਹ ਕਰਾਂਗਾ। ਆਖਣ ਲਹਿ ਨਾ ਚਾਓ, ਮੇਰਾ ਆਖਣ ਚਾ ਲੱਥੇਗਾ ਨਹੀਂ ਸਭ ਕੁਝ ਹੋਣ ਤੇ। ਇਹ ਕਦੋਂ ਹੋਏਗਾ? ਜਦੋਂ ਪਿਆਸ ਜਾਗੇਗੀ, ਜਦੋਂ ਪਿਆਰ ਪੈਦਾ ਹੋਏਗਾ, ਫਿਰ ਉਹਨੂੰ ਪਤਾ ਲੱਗ ਜਾਏਗਾ ਵੀ ਅਸਲੀ ਅਮੀਰੀ ਕਿਹਦੇ ਵਿੱਚ ਹੈ। ਇੱਕ ਪਾਸੇ ਸਮੁੰਦ ਸ਼ਾਹ ਸੁਲਤਾਨ, ਗਿਰਹਾਂ ਸੇਤੀ ਮਾਲ ਤਾਂ ਰੁਪਿਆ ਪੈਸਾ ਬਹੁਤ ਹੈ। ਦੂਜੇ ਪਾਸੇ ਕੀੜੀ, ਕੀੜੀ ਦਾ ਮਤਲਬ ਕੀ ਹੈ? ਜਿਹਦੇ ਕੋਲ ਆਰਥਿਕ ਪੱਖੋਂ ਕੁਝ ਵੀ ਨਹੀਂ ਹੈ, ਉਹਦੇ ਸਾਹਮਣੇ ਕੀੜੀ ਦੀ ਬਰਾਬਰੀ ਹੈ। ਉਹਦੇ ਕੋਲ ਰੁਪਿਆ ਪੈਸਾ ਨਹੀਂ ਹੈ, ਤੇ ਕੋਈ ਕਹਿੰਦਾ ਵੀ ਤੈਨੂੰ ਨਾਮ ਨੇ ਕੀ ਦਿੱਤਾ, ਪੁੱਛਦਾ ਤੈਨੂੰ ਨਾਮ ਨੇ ਕੀ ਦਿੱਤਾ? ਉਧਰ ਵੇਖ, ਹਾਥੀ ਘੋੜੇ ਸੋਨੇ ਚਾਂਦੀ। ਪਰ ਉਹਨੂੰ ਪਤਾ ਲੱਗ ਗਿਆ, ਉਹ ਪਤਾ ਕੀ ਕਹਿੰਦਾ ਹੈ? ਜਿਨ ਕੈ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ। ਜਿਨ ਕੈ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ। ਜਿਨ ਕੈ ਹਿਰਦੈ ਤੂੰ ਵਸੈ, ਤੇ ਨਰ ਗੁਣੀ ਗਹੀਰ। ਜਿਨ ਕੈ ਹਿਰਦੈ ਤੂੰ ਵਸੈ, ਤੇ ਨਰ ਗੁਣੀ ਗਹੀਰ। ਭਾਈ ਉਹ ਤਾਂ ਕੰਗਲੇ ਨੇ ਜਿਨ੍ਹਾਂ ਕੋਲ ਧਨ ਦੌਲਤ ਹੈ। ਫਕੀਰ ਦਾ ਮਤਲਬ ਤੇ ਕੰਗਲਾ ਹੈ। ਤੂੰ ਮੈਨੂੰ ਕੀ ਕਹਿਣਾ? ਪਰ ਜਿਹਦੇ ਅੰਦਰ ਪ੍ਰਭੂ ਦਾ ਨਾਮ ਹੈ, ਉਹ ਤੇ ਗੁਣੀ ਗਹੀਰ ਨੇ।
ਜਿਹਨੂੰ ਇਹ ਸਮਝ ਆ ਗਈ ਨਾ, ਉਹ ਨਾਮ ਧਨ ਸੰਭਾਲਦਾ ਹੈ, ਦੁਨਿਆਵੀ ਧਨ ਨੂੰ ਤਰਜੀਹ ਇੰਨੀ ਨਹੀਂ ਦਿੰਦਾ। ਮਾਲਕ ਰਹਿਮਤ ਕਰੇ, ਸਾਨੂੰ ਵੀ ਸਮਝ ਆਏ ਵੀ ਸੰਭਾਲਣ ਵਾਲੀ ਚੀਜ਼ ਕੀ ਹੈ। ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਮਾਲਕ ਰਹਿਮਤ ਕਰੇ, ਆਪਾਂ ਸਿਫਤ ਸਲਾਹ ਦੇ ਵਿੱਚ ਆਪਣਾ ਜੀਵਨ ਬਤੀਤ ਕਰੀਏ ਤਾਂ ਕਿ ਸਾਡਾ ਵੀ ਮਿਲਾਪ ਵਾਹਿਗੁਰੂ ਜੀ ਨਾਲ ਹੋ ਸਕੇ। ਹੋਈਆਂ ਅਨੇਕ ਭੁੱਲਾਂ ਲਈ ਦਾਸ ਖਿਮਾ ਦੇ ਜਾਚਕ ਹਨ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।